ਡਿਸਟ੍ਰਿਕਟ ਕਾਂਗਰਸ ਦਿਹਾਤੀ ਦੇ ਪ੍ਰਧਾਨ ਸਰਦਾਰ ਜੋਰਾ ਸਿੰਘ ਜੀ ਸਾਡੇ ਕੋਲ ਬੈਠੇ ਹਨ। ਆਓ ਜਾਣਦੇ ਆ ਇਹਨਾਂ ਦੇ ਕੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਲਾਈਨ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਰ, ਕਿੰਨੇ ਸਾਲ ਹੋ ਗਏ ਤੁਹਾਨੂੰ ਕਾਂਗਰਸ ਪਾਰਟੀ ਨਾਲ ਜੁੜੇ ਹੋਏ? ਮੈਨੂੰ ਤਕਰੀਬਨ ਜੀ 40 ਸਾਲ ਤੋਂ ਵੱਧ ਸਮਾਂ ਹੋ ਗਿਆ। ਆਪਣੇ ਵੀਰਪਾਲ ਦੀ ਇਲੈਕਸ਼ਨ ਵੇਲੇ ਦਾ ਮੈਂ ਕਾਂਗਰਸ ਦੇ ਵਿੱਚ ਜੁੜਿਆ ਹੋਇਆ। ਕਿਰਪਾਲ ਸਿੰਘ ਕੂਲੀਆਵਾਲ ਹੁੰਦੇ ਸੀਗੇ, ਉਹ ਵੀਰਪਾਲ ਦੇ ਬਹੁਤ ਕਲੋਜ਼ ਸੀਗੇ। ਮੇਰੇ ਚਾਚਾ ਜੀ ਉੱਥੇ ਬਾਰ ਵਾਲੇ ਬੈਠੇ ਸੀ, ਉਹਨਾਂ ਦੇ ਕਹਿਣ 'ਤੇ ਅਸੀਂ ਜਿਹੜੇ ਆਪਣੇ ਰੰਧਾਵਾ ਸਾਹਿਬ ਡਿਪਟੀ ਮੁੱਖ ਮੰਤਰੀ ਪੰਜਾਬ ਨੇ, ਉਹਨਾਂ ਦੇ ਉਹ ਸਹੁਰਾ ਸਾਹਿਬ ਸੀਗੇ, ਅਤੇ ਉਹਨਾਂ ਨੇ ਉਦੋਂ ਵੀਰਪਾਲ ਨੂੰ ਪਹਿਲੀ ਵੋਟ ਸਾਤੋਂ ਕਾਂਗਰਸ ਨੂੰ ਪਵਾਈ ਸੀ। ਅਤੇ ਉਸ ਤੋਂ ਬਾਅਦ ਫਿਰ ਸਾਡੇ ਮੇਰਾ ਖੇਤ ਆ, ਉਹਦੇ ਕੋਲ ਭੱਠਾ ਹੁਣ ਵੀ ਹੈਗਾ, ਉੱਥੇ ਆਸ਼ੂ ਜੀ ਦੇ ਪਿਤਾ ਜੀ ਨਰੈਣ ਜੀ ਅਤੇ ਵੱਡੇ ਪਾਂਡੇ ਸਾਹਿਬ ਜੋਗਿੰਦਰਪਾਲ ਪਾਂਡੇ ਸਾਹਿਬ ਅਤੇ ਬਾਬੂ ਹੇਮਰਾਜ ਜੀ, ਇਹ ਭੱਠੇ 'ਤੇ ਆਉਂਦੇ ਹੁੰਦੇ ਸੀ। ਇਹ ਮੈਂ ਵੀ ਉੱਥੇ ਸ਼ਾਮ ਨੂੰ ਭੱਠੇ 'ਤੇ ਚਲੇ ਜਾਂਦਾ ਸੀ। ਉੱਥੇ ਮੇਰੇ ਆੜੀ ਬਣ ਗਏ। 1985 ਦੇ ਵਿੱਚ ਪਾਂਡੇ ਸਾਹਿਬ ਨੂੰ ਟਿਕਟ ਮਿਲ ਗਈ। ਇਹ ਫਿਰ ਮੈਨੂੰ ਕਹਿਣ ਲੱਗੇ ਵੀ ਜੋਰਾ ਸਿੰਘ ਬਸਤਾ ਤੁਹਾਡੇ ਘਰ ਆਊ ਪਾਂਡੇ ਸਾਹਿਬ ਦਾ। ਮੈਂ ਕਿਹਾ ਜੀ ਆ ਜਾਣ ਦਿਓ। ਫਿਰ ਇਹਨਾਂ ਨੇ ਮੈਨੂੰ ਕਾਂਗਰਸੀ ਬਣਾਤਾ। ਮੈਂ ਉਦੋਂ ਤੇ ਇਹਨਾਂ ਦੀ ਲਾਈਨ 'ਤੇ ਅੱਜ ਤੱਕ ਕਾਂਗਰਸੀ ਤੁਰਿਆ ਆਉਣਾ। ਇੱਕ ਇਹ ਚੀਜ਼ ਆ ਕਿ ਹੁਣ ਦੇਖਣ ਨੂੰ ਮਿਲ ਰਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਜੋ ਅੱਜ ਤੋਂ ਪਹਿਲਾਂ ਸਮੇਂ ਦੇ ਵਿੱਚ ਕਾਂਗਰਸ ਦੀ ਬਹੁਤ ਚੜ੍ਹਾਈ ਹੁੰਦੀ ਸੀ, ਉਸ ਮੁਤਾਬਕ ਚੱਲਦਾ ਸੀ, ਅਤੇ ਹੁਣ ਦੇ ਸਮੇਂ ਦੇ ਵਿੱਚ ਕਾਂਗਰਸ ਦੀ ਇੱਕ ਆਪਸੀ ਫੁੱਟ ਜੋ ਕਿ ਕਾਫੀ ਪਾਰਟੀ ਦਾ ਨੁਕਸਾਨ ਹੋ ਰਿਹਾ, ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਠਹਿਰੇ ਹੋਏ ਸੀ। ਉਹ ਸਿੰਘਾਂ ਨੂੰ ਕਹਿਣ ਲੱਗੇ, ਕਹਿੰਦੇ ਭਾਈ ਚੌਲ ਬਣਾਓ। ਸਿੰਘਾਂ ਨੇ ਚੌਲ ਬਣਾਤੇ। ਕਹਿੰਦੇ ਜੀ ਚੌਲ ਤਿਆਰ ਨੇ। ਉਹ ਕਹਿੰਦੇ ਵੀ ਉੱਥੇ ਢੇਰੀ ਕਰ ਦਿਓ। ਉਹਨਾਂ ਨੇ ਢੇਰੀ ਕਰਤੇ। ਉਹ ਕਹਿੰਦੇ ਭਾਈ ਹਰਨਾਂ ਨੂੰ ਲਿਆਓ। ਸਿੰਘਾਂ ਨੇ ਹਰਨ ਲਿਆਂਦੇ। ਕਹਿੰਦੇ ਜੀ ਸਿੰਘਾਂ ਨੂੰ ਕਹਿਣ ਲੱਗੇ ਵੀ ਹਰਨਾਂ ਨੂੰ ਚੌਲਾਂ ਦੀ ਢੇਰੀ 'ਤੇ ਲਾ ਦਿਓ। ਸਿੰਘਾਂ ਨੇ ਹਰਨ ਚੌਲਾਂ ਦੀ ਢੇਰੀ 'ਤੇ ਲਾਤੇ। ਹਰਨਾਂ ਨੇ ਚੌਲ ਖਾਧੇ, ਇੱਕ ਦੂਜੇ ਨਾਲ ਚਾਅ ਲਾਡ ਕਰਦੇ ਪਿਆਰ ਨਾਲ ਚੁੱਪ ਕਰਕੇ ਚਲੇ ਗਏ। ਦੂਜੇ ਦਿਨ 10ਵੇਂ ਪਾਤਸ਼ਾਹ ਸਿੰਘਾਂ ਨੂੰ ਕਹਿੰਦੇ ਭਾਈ ਚੌਲ ਬਣਾਓ। ਸਿੰਘਾਂ ਨੇ ਫੇਰ ਹੁਕਮ ਮੰਨ ਕੇ ਚੌਲ ਬਣਾਤੇ। ਕਹਿੰਦੇ ਭਾਈ ਉੱਥੇ ਹੀ ਢੇਰੀ ਕਰ ਦਿਓ। ਸਿੰਘਾਂ ਨੇ ਹੁਕਮ ਮੰਨਿਆ, ਉੱਥੇ ਢੇਰੀ ਕਰਤੇ। ਕਹਿੰਦੇ ਭਾਈ ਕੁੱਤਿਆਂ ਨੂੰ ਲਿਆਓ। ਸਿੰਘਾਂ ਨੇ ਹੁਕਮ ਮੰਨ ਕੇ ਕੁੱਤੇ ਲਿਆਂਦੇ। ਕੁੱਤਿਆਂ ਨੂੰ ਕਹਿੰਦੇ ਭਾਈ ਚੌਲਾਂ ਦੀ ਢੇਰੀ ਕੋਲ ਲੈ ਜਾਓ। ਜਦੋਂ ਕੁੱਤਿਆਂ ਨੂੰ ਚੌਲਾਂ ਦੀ ਢੇਰੀ ਕੋਲ ਗਏ, ਇੱਕ ਦਾ ਕੰਨ ਦੂਜੇ ਦੇ ਮੂੰਹ 'ਚ, ਦੂਜੇ ਦੀ ਪੂੰਛ ਤੀਜੇ ਦੇ ਮੂੰਹ 'ਚ, ਤੀਜੇ ਦੀ ਲੱਤ ਚੌਥੇ ਦੇ ਮੂੰਹ 'ਚ। ਲਹੂ ਲਹਾਨ ਹੋ ਗਏ, ਚੌਲ ਖਿੰਡ ਗਏ, ਬੁਰੇ ਹਾਲ, ਵੱਡਾ ਟੁਕੀ ਹੋ ਕੇ ਚਲੇ ਗਏ। ਸਿੰਘ 10ਵੇਂ ਪਾਤਸ਼ਾਹ ਕਹਿੰਦੇ ਭਾਈ ਸਿੰਘੋ ਹਰਨਾਂ ਵਾਂਗ ਚੱਲਣਾ ਕਿ ਕੁੱਤਿਆਂ ਵਾਂਗ ਚੱਲਣਾ? ਹੁਣ ਹਾਈ ਕਮਾਂਡ 'ਤੇ ਸਾਡੀ 'ਤੇ ਉਹ ਗੱਲ ਢੁੱਕਦੀ ਆ। ਮੈਨੂੰ ਕਿਸੇ ਦਾ ਡਰ ਨਹੀਂ, ਮੇਰੇ ਕਿਹੜਾ ਸਟਾਰ ਲਾ ਲੈਣਗੇ ਉਹ। ਜੇ ਤਾਂ ਇਹਨਾਂ ਨੇ ਹਰਨਾਂ ਵਾਂਗ ਚੱਲਣਾ ਤਾਂ ਵੀ ਦੇਖ ਲੈਣ, ਜੇ ਇਹਨਾਂ ਨੇ ਕੁੱਤਿਆਂ ਵਾਂਗ ਚੱਲਣਾ ਤਾਂ ਵੀ ਦੇਖ ਲੈਣ। ਜੇ ਇਹਨਾਂ ਨੂੰ ਆਹ 2-3 ਮਹੀਨੇ ਦੀ ਲੋੜ ਆ ਵੀ ਅਸੀਂ ਕਿਹੜਾ 2022 'ਚ ਆਉਣਾ, ਤਾਂ ਵੀ ਸੋਚ ਲੈਣ। ਸਾਡਾ ਜਾਣਾ ਕੱਖ ਨਹੀਂ, ਇਹਨਾਂ ਦਾ ਰਹਿਣਾ ਕੱਖ ਨਹੀਂ। ਇਹ ਆਪਦੀ ਹੁਣ ਮਰਜ਼ੀ ਕਰਨ। ਇੱਕ ਇਹ ਚੀਜ਼ ਹੈ ਕਿ ਇੱਕ ਗੱਲ ਸੋਚਣ ਵਾਲੀ ਹੈ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਕੈਪਟਨ ਅਮਰਿੰਦਰ ਦੇ ਖਿਲਾਫ ਪਹਿਲਾਂ ਚੱਲਦੇ ਹੋਏ, ਉਸ ਦੇ ਵਿੱਚ ਕੈਪਟਨ ਅਮਰਿੰਦਰ ਨੂੰ ਪਾਰਟੀ ਤੋਂ ਬਾਹਰ ਕੀਤਾ ਗਿਆ। ਮਗਰ ਹੁਣ ਉਹ ਆਪ ਖੁਦ ਹੀ ਇੱਕ ਪਾਰਟੀ ਦੇ ਪ੍ਰਤੀ ਵਫਾਦਾਰ ਹੋ ਕੇ ਨਹੀਂ ਚੱਲ ਰਿਹਾ। ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਉਸ ਬਾਰੇ ਜੀ ਗੱਲ ਇਹ ਆ, ਪਹਿਲੀ ਗੱਲ ਤਾਂ ਮੈਂ ਨਵਜੋਤ ਸਿੰਘ ਸਿੱਧੂ ਦਾ, ਚਰਨਜੀਤ ਸਿੰਘ ਚੰਨੀ ਦਾ, ਬਾਕੀ ਸਾਰੇ MLA ਸਾਹਿਬਾਨਾਂ ਦਾ ਅਤੇ ਦਿੱਲੀ ਹਾਈ ਕਮਾਂਡ ਦਾ, ਸੋਨੀਆ ਪਰਿਵਾਰ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਨੂੰ ਟਕਸਾਲੀ ਕਾਂਗਰਸੀ ਨੂੰ ਗੁਲਾਮੀ ਦੀਆਂ ਜੰਜੀਰਾਂ 'ਚੋਂ ਕੱਢਿਆ। ਗੁਲਾਮੀ ਦੀਆਂ ਜੰਜੀਰਾਂ ਤੋੜੀਆਂ ਸਿੱਧੂ ਨੇ, ਚੰਨੀ ਨੇ। ਬਾਕੀ ਬਾਜਵਾ ਸਾਹਿਬ, ਤ੍ਰਿਪਤਿੰਦਰ ਬਾਜਵਾ ਸਾਹਿਬ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੀ ਸਾਨੂੰ ਤੁਸੀਂ ਕਾਂਗਰਸੀ ਹੀ ਰਹਿਣ ਦਿੱਤਾ। ਸਾਨੂੰ ਪਾਰਟੀਆਂ ਬਦਲਣ ਲਈ ਮਜਬੂਰ ਹੋਣਾ ਪੈਣਾ ਸੀ, ਪਰ ਉਹ ਅਸੀਂ ਇੱਥੇ ਹੀ ਹੁਣ ਰਹਿ ਗਏ। ਇਹ ਸਿੱਧੂ ਸਾਹਿਬ ਦਾ ਮੈਂ ਬਹੁਤ ਵੱਡਾ ਧੰਨਵਾਦ ਕਰਦਾ। ਚਲੋ ਜੇ ਮਤਭੇਦ ਹੋ ਵੀ ਗਏ ਇਹਨਾਂ ਦੇ, ਕੋਈ ਐਸੀ ਗੱਲ ਨਹੀਂ, ਸਭ ਦੇ ਹੀ ਹੁੰਦੇ ਆਉਂਦੇ ਨੇ। ਮੇਰੇ MLA ਨਾਲ ਮਤਭੇਦ ਨੇ। ਮੈਂ ਹੁਣ ਕਾਂਗਰਸ ਤਾਂ ਨਹੀਂ ਛੱਡਣ ਲੱਗਿਆ। ਗਾਲਬ ਸਾਹਿਬ ਦੇ 99 ਦੀ ਚੋਣ ਹੋਈ, ਉਹ ਅਕਾਲੀ ਦਲ 'ਚ ਚਲੇ ਗਏ, ਅਸੀਂ ਤਾਂ ਨਹੀਂ ਗਏ। ਬੀਰਮੀ ਸਾਹਿਬ ਚਲੇ ਗਏ ਅਕਾਲੀ ਦਲ 'ਚ, ਅਸੀਂ ਤਾਂ ਨਹੀਂ ਗਏ। ਚਲੋ ਇਹ ਇਹਨਾਂ ਦੀ ਮਾੜੀਆਂ ਮੋਟੀਆਂ 19-21। ਹੁਣ ਸਿੱਧੂ ਸਾਹਿਬ ਬਾਰੇ ਗੱਲ ਇਹ ਆ ਵੀ ਜਿਹੜੀ ਗੱਲ ਆ ਹੁਣ ਮਤਲਬ ਅਸੀਂ 4 ਭਰਾ, ਜਦੋਂ ਅਸੀਂ ਪਰਿਵਾਰ 'ਚ ਇਕੱਠੇ ਹਾਂ, ਫਿਰ ਉਹ ਕਹਿੰਦਾ ਵੀ ਉੱਥੇ ਬਾਸਮਤੀ ਬੀਜ ਲਓ, ਉੱਥੇ ਚੌਲ ਬੀਜ ਲਓ, ਉੱਥੇ ਮੱਕੀ ਬੀਜ ਲਓ, ਉੱਥੇ ਪੱਠੇ ਬੀਜ ਲਓ। ਉਹ ਤਾਂ ਪਰਿਵਾਰ ਦੀ ਇੱਕ ਦੂਜੇ ਦੀ ਰੈਸਲਾ ਹੋ ਗਈ ਨਾ। ਜਦੋਂ 4 ਭਰਾ ਅਲੱਗਾ ਹੋ ਗਏ, ਫਿਰ ਕੋਈ ਪੱਠੇ ਬੀਜੇ, ਕੋਈ ਬਾਸਮਤੀ ਬੀਜੇ, ਕੋਈ ਚੌਲ ਬੀਜੇ, ਕੋਈ ਗੰਨਾ ਬੀਜੇ, ਕੋਈ ਕਮਾਦ ਬੀਜੇ। ਸਿੱਧੂ ਸਾਹਿਬ ਨੂੰ ਮੇਰੀ ਇੱਕ ਬੇਨਤੀ ਆ ਵੀ ਪਾਰਟੀ 'ਚ ਰਹਿ ਕੇ ਦੁੱਖ ਰੋਵੋ ਆਪਦਾ। ਜਿਹੜੀ ਕੋਈ ਗੱਲ ਕਰਨੀ ਹੈ ਬੈਠ ਕੇ ਮੀਟਿੰਗ 'ਚ ਕਰੋ ਵੀ ਚੰਨੀ ਸਾਹਿਬ ਆਹ ਕੰਮ ਐ ਨਹੀਂ ਕਰਨਾ, ਆਪਾਂ ਐਂ ਕਰਨਾ। ਜੇ ਤੁਸੀਂ ਅਲੱਗਾ ਹੋ ਗਏ, ਫਿਰ ਸਿੱਧੂ ਕੁਛ ਕਰੇ, ਚੰਨੀ ਕੁਛ ਕਰੇ।
ਪਾਰਟੀ 'ਚ ਰਹਿਣਾ ਜ਼ਰੂਰੀ ਆ, ਪਾਰਟੀ 'ਚ ਰਹਿ ਕੇ ਦੁੱਖ ਰੋਵੋ, ਆਪਦਾ ਜਿਹੜਾ ਰੋਣ ਵਾਲਾ ਦੁੱਖ ਆ ਪਾਰਟੀ 'ਚ ਰਹੋ। ਇੱਕ ਇਹ ਚੀਜ਼ ਹੈ ਕਿ ਕੈਪਟਨ ਅਮਰਿੰਦਰ ਦਾ ਪਾਰਟੀ 'ਚ ਜਾਣ ਕਰਕੇ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ। ਹੁਣ ਉਹਨਾਂ ਦਾ ਇੱਕ ਬਿਆਨ ਆ ਰਿਹਾ ਸੀ ਕਿ ਸੰਯੁਕਤ ਉਸ ਵੱਲੋਂ ਅਕਾਲੀ ਦਲ ਵੱਲੋਂ ਅਸੀਂ ਨਾਲ ਰਲ ਕੇ ਇੱਕ ਵੱਖਰੀ ਪਾਰਟੀ ਬਣਾਈ ਜਾਊਗੀ, ਉਹਨੂੰ ਕਿੱਦਾਂ ਤੁਸੀਂ ਦੇਖ ਕੇ ਚੱਲ ਰਹੇ ਹੋ? ਇਹ ਜਿਹੜਾ ਸੰਯੁਕਤ ਅਕਾਲੀ ਦਲ ਤੇ ਅਮਰਿੰਦਰ ਸਿੰਘ ਦੀ ਗੱਲ ਚੱਲਦੀ ਆ ਵੀ ਇਹ ਇਕੱਠੇ ਹੋ ਜਾਣਗੇ, ਇਹਨਾਂ ਦਾ ਗੱਠਜੋੜ ਹੋ ਜੂ, ਇਹ ਤਾਂ ਗੱਠਜੋੜ 2017 'ਚ ਹੋ ਗਿਆ ਸੀਗਾ ਇਹਨਾਂ ਦਾ। ਢੀਂਡਸਾ ਸਾਹਿਬ, ਵੱਡੇ ਬਾਦਲ ਸਾਹਿਬ ਤੇ ਅਮਰਿੰਦਰ ਸਿੰਘ ਦਾ ਇਹ ਤਾਂ 2017 'ਚ ਹੀ ਹੋ ਗਿਆ ਸੀ। ਕਿਉਂ? ਬਾਦਲ ਸਾਹਿਬ ਉੱਥੇ ਵੋਟਾਂ 'ਚ ਲੰਬੀ ਤੋਂ ਹਾਰਦੇ ਸੀਗੇ। ਬਾਦਲ ਸਾਹਿਬ ਨੇ ਫਿਰ ਅਮਰਿੰਦਰ ਸਿੰਘ ਨੂੰ ਕਿਹਾ ਵੀ ਇੱਥੇ ਵੋਟਾਂ ਜਾਂਦੀਆਂ ਨੇ ਝਾੜੂ ਵਾਲੇ ਵੱਲ, ਵੀ ਤੂੰ ਆ ਕੇ ਇੱਥੋਂ ਲੰਬੀ ਤੋਂ ਚੋਣ ਲੜ, ਜਿਹੜੀ ਕਾਂਗਰਸ ਦੀ ਵੋਟ ਆ ਝਾੜੂ ਵੱਲ ਨਹੀਂ ਜਾਊ, ਉਹ ਤੇਰੇ ਵੱਲ ਆ ਜਾਊਗੀ, ਮੈਂ ਜਿੱਤ ਜੂ। ਵੀ ਬਿੱਟੂ ਨੂੰ ਭੇਜ ਤੂੰ ਜਲਾਲਾਬਾਦ, ਵੀ ਉੱਥੇ ਜਿਹੜੀ ਕਾਂਗਰਸ ਦੀ ਵੋਟ ਆ ਉਹ ਸਰਦਾਰ ਬੇਅੰਤ ਸਿੰਘ ਦੇ ਮੂੰਹ ਨੂੰ ਬਿੱਟੂ ਨੂੰ ਭੇਜੂ, ਅਸੀਂ ਮਾਰੇ ਜਾਵਾਂਗੇ, ਸਾਨੂੰ ਜਿਤਾ ਉੱਥੇ। ਤਾਂ ਫਿਰ ਇਹਨਾਂ ਨੇ ਕਿਹਾ ਵੀ ਢੀਂਡਸੇ ਦਾ ਮੁੰਡਾ ਤਾਂ ਸੁਨਾਮ ਤੋਂ ਚੋਣ ਲੜਦਾ ਸੀ, ਉਹ ਲਹਿਰੇ ਅੱਗੇ ਕੀ ਕਰਨ ਗਿਆ ਸੀ। ਫਿਰ ਅਮਰਿੰਦਰ ਸਿੰਘ ਨੇ ਕਿਹਾ ਵੀ ਬੀਬੀ ਭੱਠਲ ਮੇਰੇ ਨਾਲ ਬਗਾਵਤ ਦਾ ਝੰਡਾ ਚੁੱਕਦੀ ਆ, ਤੁਸੀਂ ਇਹਨੂੰ ਹਰਾਓ। ਢੀਂਡਸੇ ਦੇ ਮੁੰਡੇ ਨੂੰ ਉੱਥੋਂ ਟਿਕਟ ਦਿੱਤੀ, ਲਹਿਰੇ ਗਾਗੇ ਤੋਂ ਬੀਬੀ ਭੱਠਲ ਨੂੰ ਹਰਾਉਣ ਖਾਤਰ। ਇਹ ਤਾਂ 2017 'ਚ ਗੱਠਜੋੜ ਹੋ ਗਿਆ ਸੀ, ਹੁਣ ਕਿਹੜਾ ਨਵਾਂ ਹੋਣਾ ਇਹਨਾਂ ਦਾ। ਹੰਭ ਲੈਣ ਜਿਹੜਾ ਹੰਭਣਾ, ਅਮਰਿੰਦਰ ਸਿੰਘ ਪਾਰਟੀ ਨਵੀਂ ਬਣਾ ਕੇ ਤਾਂ ਦੇਖੇ, ਇਹਦੇ ਨਾਲ ਜਾਂਦਾ ਕੌਣ ਆ। ਤੁਸੀਂ ਕਿਹਾ ਕਿ ਅਮਰਿੰਦਰ ਸਿੰਘ ਪਾਰਟੀ ਬਣਾ ਕੇ ਤਾਂ ਦੇਖੇ, ਮਗਰ ਉਹਨਾਂ ਵੱਲੋਂ ਬੜੇ ਦਾਅਵੇ ਕੀਤੇ ਜਾ ਰਹੇ ਕਿ ਜਿਹੜੇ ਵੀ ਮੇਰੇ ਨਾਲ ਪੂਰੇ ਕਾਂਗਰਸ ਦੀ ਇੱਕ ਧੜੇਬੰਦੀ ਮੇਰੇ ਇੱਕ ਵੱਖਰੀ ਨਾਲ ਹੈ, ਜੋ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕਿ ਕਾਂਗਰਸ ਨੂੰ ਅਸੀਂ ਬਣਨ ਨਹੀਂ ਦੇਵਾਂਗੇ। ਸਵਾਲ ਇਹ ਪੈਦਾ ਨਹੀਂ ਹੁੰਦਾ। ਗਾਲਬ ਸਾਹਿਬ ਪਾਰਟੀ ਛੱਡ ਗਏ, ਅਸੀਂ ਕਿਹੜਾ ਉਹ ਗਾਲਬ ਸਾਹਿਬ ਦੇ ਨਾਲ ਚਲੇ ਗਏ। ਹਾਲਾਂਕਿ ਗਾਲਬ ਸਾਹਿਬ ਮੇਰਾ ਟੈਲੀਫੋਨ ਤੇ ਕੰਮ ਕਰਦਾ ਸੀ, ਮੈਂ 99 ਵਿੱਚ ਬੂਥ ਲਾਇਆ ਸੀ ਉਹਨਾਂ ਦਾ। ਬੀਰਮੀ ਸਾਹਿਬ ਕਾਂਗਰਸ ਚਲੇ, ਅਕਾਲੀ ਦਲ ਚਲੇ ਗਏ, ਅਸੀਂ ਕਿਹੜਾ ਉਹਦੇ ਨਾਲ ਚਲੇ ਗਏ। ਜੇ ਅਮਰਿੰਦਰ ਸਿੰਘ ਦੇ ਨਾਲ ਕੋਈ ਲੀਡਰ ਚਲਿਆ ਜੋ ਵਰਕਰ ਨੇ ਕਿਸੇ ਨੇ ਨਹੀਂ ਜਾਣਾ, ਉਹ ਇਸ ਭੁਲੇਖੇ 'ਚ ਨਾ ਰਹੇ, ਪਾਰਟੀ ਬਣਾ ਕੇ ਦੇਖ ਲਵੇ। ਉਹ ਇੱਕ ਇਹ ਵੀ ਚੀਜ਼ ਦੇਖਣ ਨੂੰ ਆਉਂਦੀ ਹੈ ਕਿ ਕਾਂਗਰਸ ਦੇ ਵਿੱਚ ਤੁਸੀਂ ਕਈ ਚਿਰਾਂ ਤੋਂ ਜੋ ਕਾਂਗਰਸ ਦੇ ਪੁਰਾਣੇ ਵਰਕਰ ਆ, ਉਹਨਾਂ ਦੀ ਪਾਰਟੀ ਵੱਲੋਂ ਕਦਰ ਨਹੀਂ ਕੀਤੀ ਜਾਂਦੀ, ਉਸ ਕਰਕੇ ਕਈ ਪਾਰਟੀ ਤੋਂ ਬਹੁਤ ਖਫਾ ਹੈ। ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਿਲਕੁਲ ਤੁਹਾਡੀ ਗੱਲ ਨਾਲ ਮੈਂ 100% ਸਹਿਮਤ ਹਾਂ। ਜਦੋਂ ਆਪਾਂ ਹਜੂਰ ਸਾਹਿਬ ਤੋਂ ਨਾਨਕ ਝੀਰੇ ਨੂੰ ਜਾਈਏ ਨਾ, ਉੱਥੇ ਕਈ ਗੁਰੂ ਘਰ ਆਉਂਦੇ ਨੇ। ਰਸਤੇ ਦੇ ਵਿੱਚ ਸੱਜੇ ਹੱਥ ਮਾਤਾ ਜੀ ਦਾ ਗੁਰੂ ਘਰ ਆਉਂਦਾ, ਚਾਹੇ ਸਾਹਿਬਜ਼ਾਦਾ ਦੀ ਮਾਤਾ ਜੀ ਕਹਿ ਲਓ, ਚਾਹੇ ਆਪਣੀ ਮਾਤਾ ਜੀ ਕਹਿ ਲਓ। ਉੱਥੇ ਇਤਿਹਾਸ ਪੜ੍ਹਿਆ ਜਾਂਦਾ, ਜਿਹੜੇ ਹਜੂਰ ਸਾਹਿਬ ਲੋਕ ਗਏ ਨੇ ਉਹਨਾਂ ਨੇ, ਮੈਂ ਵੀ ਸੁਣਿਆ। ਉਹ ਕਹਿੰਦੇ ਮਾਤਾ ਜੀ ਨੂੰ 10ਵੇਂ ਪਾਤਸ਼ਾਹ ਕਹਿਣ ਲੱਗੇ ਵੀ ਆਪਣੇ ਪਰਿਵਾਰ ਨਾਲ ਕੁਛ ਵਾਪਰਨਾ। ਉਹ ਕਹਿੰਦੀ ਵੀ ਇਹ ਗੱਲ ਸੱਚੀ ਆ। ਤਾਂ ਉਹ ਕਹਿੰਦੇ ਵੀ ਅੱਖਾਂ ਮੀਚ ਪਰਮਾਤਮਾ ਨੂੰ ਯਾਦ ਕਰ, ਲੇਵ ਲਾ ਕੇ ਦੇਖ ਲਾ। ਜਦੋਂ ਮਾਤਾ ਜੀ ਨੇ ਅੱਖਾਂ ਮੀਚ ਕੇ ਦੇਖਿਆ, ਸਾਹਿਬਜ਼ਾਦਿਆਂ ਦੀ ਵੱਡਾ ਟੁੱਕੀ ਜਿਹੜੀ ਆਪਾਂ ਸੁਣਦੇ ਹਾਂ ਹੋਈ। ਮਾਤਾ ਜੀ 10ਵੇਂ ਪਾਤਸ਼ਾਹ ਨੂੰ ਕਹਿਣ ਲੱਗੇ ਵੀ ਮੇਤੇ ਤਾਂ ਕੁਛ ਦੇਖ ਨਹੀਂ ਹੋਣਾ। ਤਾਂ 10ਵੇਂ ਪਾਤਸ਼ਾਹ ਕਹਿੰਦੇ ਵੀ ਤੂੰ ਸੱਚਖੰਡ ਨੂੰ ਚੱਲ, ਅਸੀਂ ਇਹ ਕੁਛ ਦੇਖ ਕੇ ਆ ਜਾਵਾਂਗੇ। ਫਿਰ ਜਿਹੜਾ ਕੁਛ ਸਾਹਿਬਜ਼ਾਦਿਆਂ ਨਾਲ ਹੋਇਆ, ਉਹ ਮਤਲਬ ਆਪਾਂ ਸੁਣਦੇ ਹਾਂ, ਦੇਖਿਆ ਤਾਂ ਹੈ ਨਹੀਂ। ਇਹ ਕਹਿਣ ਦਾ ਭਾਵ ਆ ਜਿਹੜੀਆਂ ਮੱਥੇ ਦੀਆਂ ਤਕਦੀਰਾਂ ਨੇ ਨਾ, ਇਹ ਨਹੀਂ ਮਿਟਦੀਆਂ ਕਿਸੇ ਦੀਆਂ। ਇਹ ਜਿਹੜੀਆਂ ਮੱਥੇ ਦੀਆਂ ਤਕਦੀਰਾਂ ਨੂੰ ਦੋਸ਼ ਦੇਵੋ। ਮੈਨੂੰ ਕੁਛ ਮੈਂ ਹੁਣ ਕਹਾਂ ਮੈਨੂੰ ਚੇਅਰਮੈਨੀ ਨਹੀਂ ਦਿੱਤੀ, ਮੈਨੂੰ ਪ੍ਰਧਾਨਗੀ ਨਹੀਂ ਦਿੱਤੀ, ਮੈਨੂੰ ਆਹ ਨਹੀਂ ਦਿੱਤਾ, ਮੈਨੂੰ ਆਹ ਨਹੀਂ ਦਿੱਤਾ, ਜਦ ਰੱਬ ਨੇ ਮੇਰੇ ਮੱਥੇ ਦੀਆਂ ਤਕਦੀਰਾਂ 'ਚ ਲਿਖਿਆ ਹੀ ਕੁਛ ਨਹੀਂ। ਮੈਂ ਗੁੱਸਾ ਕਰਾਂ ਹਾਈ ਕਮਾਂਡ ਤੇ। ਜੋ ਹਾਈ ਕਮਾਂਡ ਤਾਂ ਉਹ ਦੋ ਨਾ, ਜਿਹੜੀਆਂ ਡਾਕਟਰ ਅਮਰ ਸਿੰਘ ਨੇ ਟਿਕਟ ਦੇਤੀ ਰਾਏਕੋਟ ਤੋਂ, ਉਹ ਚੋਣ ਹਾਰ ਗਏ। ਉਹਨਾਂ ਦੇ ਮੱਥੇ ਦੀਆਂ ਤਕਦੀਰਾਂ 'ਚ ਨਹੀਂ ਚੰਡੀਗੜ੍ਹ ਵਾਲੀ ਕੁਰਸੀ ਸੀਗੀ, ਪਾਰਟੀ ਨੇ ਟਿਕਟ ਦੇਤੀ ਫਤਿਹਗੜ੍ਹ ਸਾਹਿਬ ਤੋਂ, ਉਹ ਜਿੱਤ ਗਏ। ਉਹਨਾਂ ਦੇ ਮੱਥੇ ਦੀਆਂ ਤਕਦੀਰਾਂ 'ਚ ਦਿੱਲੀ ਵਾਲੀ ਕੁਰਸੀ ਸੀ। ਆਪਦੇ ਇਹ ਜਿਹੜੇ ਸਾਡੇ ਲੋਕ ਨੇ ਨਾ, ਕੋਈ ਵੀ ਪਾਰਟੀ ਆ, ਆਪਦੇ ਮੱਥੇ ਦੀਆਂ ਤਕਦੀਰਾਂ ਨੂੰ ਦੋਸ਼ ਨਹੀਂ ਦਿੰਦੇ। ਹਾਈ ਕਮਾਂਡ ਨੂੰ ਕਈ ਪਿੰਡਾਂ ਦੇ ਵਿੱਚ ਵਿਹਲੇ ਜੋੜੇ ਨੇ, ਉਹਨਾਂ ਦੇ ਬੱਚਾ ਪੈਦਾ ਨਹੀਂ ਹੁੰਦਾ ਹੈਗਾ, ਤਾਂ ਉਹ ਕਿਹਦਾ ਕਸੂਰ ਆ ਬਈ? ਆਪਾਂ ਕਹਿੰਦੇ ਆ ਰੱਬ ਨੇ ਇਹਨਾਂ ਦੇ ਕਰਮਾਂ 'ਚ ਨਹੀਂ ਕੁਛ ਲਿਖਿਆ, ਇਹਨਾਂ ਦੇ ਮੱਥੇ ਦੀਆਂ ਤਕਦੀਰਾਂ 'ਚ ਕੁਛ ਨਹੀਂ ਲਿਖਿਆ। ਆਪਾਂ ਮੱਥੇ ਦੀਆਂ ਤਕਦੀਰਾਂ ਨੂੰ ਦੋਸ਼ ਦਿੰਦੇ ਆ। ਜਦੋਂ ਤੁਹਾਨੂੰ ਕੋਈ ਚੇਅਰਮੈਨੀ, ਕੋਈ ਅਹੁਦਾ, ਕੋਈ ਐਮਐਲਏ ਦੀ ਟਿਕਟ ਨਹੀਂ ਮਿਲਦੀ, ਫਿਰ ਕਾਹਦੇ ਨਹੀਂ ਮੱਥੇ ਦੀਆਂ ਤਕਦੀਰਾਂ ਨੂੰ ਦੋਸ਼ ਦਿੰਦੇ? ਮੈਂ ਅੱਜ ਤੱਕ ਕਿਸੇ ਐਮਐਲਏ ਤੇ, ਕਿਸੇ ਬਿੱਟੂ ਤੇ, ਕਿਸੇ ਲਾਪਰ ਤੇ, ਕਿਸੇ ਜਾਖੜ ਸਾਹਿਬ ਤੇ ਮੈਂ ਗੁੱਸਾ ਨਹੀਂ ਕਰਦਾ। ਮੈਂ ਆਪਦੇ ਮੱਥੇ ਦੀਆਂ ਤਕਦੀਰਾਂ ਤੇ ਗੁੱਸਾ ਕਰਦਾ ਵੀ ਜੋਰਾ ਸਿੰਘ, ਜਦ ਤੇਰੇ ਮੱਥੇ ਦੀਆਂ ਤਕਦੀਰਾਂ 'ਚ ਰੱਬ ਨੇ ਨਹੀਂ ਕੁਛ ਲਿਖਿਆ, ਹਾਈ ਕਮਾਂਡ ਤੈਨੂੰ ਕੀ ਦੇ ਦੇਵੇ? ਹਾਈ ਕਮਾਂਡ ਨੇ ਤੈਨੂੰ ਉਹੀ ਕੁਛ ਦੇਣਾ ਜਿਹੜਾ ਤੇਰੇ ਮੱਥੇ ਦੀਆਂ ਤਕਦੀਰਾਂ 'ਚ ਲਿਖਿਆ ਹੋਇਆ। ਗੱਲ ਇਹ ਹੈ ਜੀ, ਲੱਤਾਂ ਖਿੱਚਣ ਵਾਲੇ ਤਾਂ ਹਰੇਕ ਜਗ੍ਹਾ ਹੈਗੇ ਹੀ ਆ। ਬਿਲਕੁਲ ਹੈਗੇ ਜੀ। ਹੁਣ ਮੈਨੂੰ ਤੁਹਾਡੀਆਂ ਵੀ ਖਿੱਚੀਆਂ ਹੋਣੀਆਂ ਕਿਸੇ ਨੇ। ਮੈਂ ਕਿਹਾ ਜੀ ਮੈਨੂੰ ਲਾਪਰ ਸਾਹਿਬ ਨੇ ਫੋਨ ਆਇਆ, ਹਾਲਾਂਕਿ ਅਸੀਂ ਵਿਰੋਧੀ ਰਹੇ ਹਾਂ, ਅਸੀਂ ਬੀਰਮੀ ਸਾਹਿਬ ਨਾਲ ਸੀ, ਤੇ ਇਹ ਮਤਲਬ ਬੀਰਮੀ ਸਾਹਿਬ ਦੇ ਉਲਟ ਸੀ। ਕਿਉਂ? ਸਰਦਾਰ ਬੇਅੰਤ ਸਿੰਘ ਬੜੇ ਢੰਗੀ ਮੁੱਖ ਮੰਤਰੀ ਸੀ। ਉਹ ਹਲਕਾ ਐਮਐਲਏ ਦੇ ਪਿੱਛੇ ਨਾ, ਹਲਕੇ ਦੇ ਵਿੱਚੋਂ 2-3 ਬੰਦੇ ਬਾਦ ਪਾਈ ਰੱਖਦੇ ਸੀ। ਜਿਵੇਂ ਬੀਰਮੀ ਸਾਹਿਬ ਦੇ ਪਿੱਛੇ ਗੁਰਦੇਵ ਸਿੰਘ ਲਾਪਰ, ਜੰਗੀਰ ਸਿੰਘ ਦਰਦ, ਨਾਹਰ ਸਿੰਘ ਗਿੱਲ ਪਾਏ ਹੋਏ ਸੀ।
ਉਹ ਬੀਰਮੀ ਸਾਹਿਬ ਨੇ ਸਾਨੂੰ ਲੈ ਕੇ ਬਿਆਨ ਸਿੰਘ ਕੋਲ ਤੁਰੇ ਜਾਣਾ ਜੀ, ਨਾ ਮੇਰੀ SHO ਸੁਣਦਾ, ਨਾ ਮੇਰਾ ਤੁਸੀਂ DC ਲੁਧਿਆਣਾ ਗੱਲ ਕਰੋ ਬਈ, ਮੈਂ ਜੀ CM ਸਾਹਿਬ ਬੀਰਮੀ ਸਾਹਿਬ ਦਾ ਕੋਈ ਕੰਮ ਨਹੀਂ ਰੁਕਣਾ ਚਾਹੀਦਾ। ਉਹ ਬੜਾ ਢੰਗੀ ਮੁੱਖ ਮੰਤਰੀ ਸੀ। ਪੰਜਾਬ ਤੇ 2 ਬੰਦੇ ਰਾਜ ਕਰ ਗਏ, ਪ੍ਰਤਾਪ ਸਿੰਘ ਕੈਰੋਂ ਤੇ ਸਰਦਾਰ ਬੇਅੰਤ ਸਿੰਘ। ਕੈਰੋਂ ਸਾਹਿਬ ਦਾ ਰਾਜ ਮੈਂ ਨਹੀਂ ਦੇਖਿਆ, ਮੈਂ ਬੇਅੰਤ ਸਿੰਘ ਦਾ ਰਾਜ ਦੇਖਿਆ। ਸਰਕਟ ਹਾਊਸ ਬੈਠਾ ਹੁੰਦਾ ਸੀ ਸਾਹਮਣੇ ਕਮੇਟੀ ਰੂਮ 'ਚ, ਇੱਥੇ ਬੈਠਾ DC ਸਾਹਿਬ, ਇੱਥੇ ਬੈਠਾ DIG ਸਾਹਿਬ, ਇੱਥੇ ਬੈਠਾ SSC ਸਾਹਿਬ। ਲਾਈਨਵਾਰ ਬੰਦੇ ਆਈ ਜਾਂਦੇ ਸੀਗੇ, ਸਰਦਾਰ ਜੀ ਉਹ ਤਹਿਸੀਲਦਾਰ ਫਲਾਨਾ, DC ਸਾਹਿਬ ਮੇਰਾ, DC ਸਾਹਿਬ ਸੁਣੋ ਇਹਨਾਂ ਦੀ ਗੱਲ। DC ਸਾਹਿਬ ਨੇ ਕਹਿਣਾ ਸਵੇਰੇ 11 ਵਜੇ ਆ ਕੇ ਆਫਿਸ ਮਿਲ ਲਿਓ। ਦੂਜੇ ਦਿਨ ਜੀ ਕੱਲ੍ਹ ਸਰਕਟ ਹਾਊਸ ਮਿਲੇ ਸੀ ਬੇਅੰਤ ਸਿੰਘ ਨੇ, ਆ ਕਰ ਦਿਓ। DC ਸਾਹਿਬ ਨੂੰ ਪਤਾ ਸੀ ਵੀ ਜੇ ਮੈਂ ਇਹਦਾ ਕੰਮ ਨਾ ਕੀਤਾ ਇੱਥੇ 10-15 ਦਿਨ ਸਰਦਾਰ ਬੇਅੰਤ ਸਿੰਘ ਨੇ ਫੇਰ ਆ ਜਾਣਾ, ਫੇਰ ਪੇਸ਼ ਹੋਣਾ। ਆ ਜੀ ਮੈਨੂੰ SHO ਤੰਗ ਕਰਦਾ। SSP ਸਾਹਿਬ ਸੁਣੋ ਇਹਨਾਂ ਦੀ ਗੱਲ। ਹਾਂਜੀ ਮੇਰੇ 11 ਵਜੇ ਆ ਕੇ ਆਫਿਸ ਮਿਲ ਲਿਓ ਜੀ। ਉਹ ਇਹਨੂੰ ਭਾਈ ਕੁਛ ਨਹੀਂ ਕਹਿਣਾ, ਸਰਦਾਰ ਜੀ ਦਾ ਹੁਕਮ ਆ। ਉਹ ਅਫਸਰ ਨੂੰ ਪਤਾ ਸੀ ਵੀ ਇਹਨੇ 10-15 ਦਿਨ ਬੇਅੰਤ ਸਿੰਘ ਦੇ ਫੇਰ ਪੇਸ਼ ਹੋ ਜਾਣਾ, ਵੀ ਮੈਂ ਕਿੱਧਰ ਨੂੰ ਉਹ ਕੰਮ ਕਰਨਾ ਪੈਂਦਾ। ਸਰਦਾਰ ਅਮਰਿੰਦਰ ਸਿੰਘ ਉਹ ਮੈਨੂੰ ਦੱਸੇ ਵੀ ਕਦੇ ਸਰਕਟ 3 ਮੈਂਬਰੀ ਕਮੇਟੀ ਆ ਗਈ ਦਿੱਲੀੋਂ, MLA ਦੀਆਂ ਸੁਣ ਗਈ, ਵਜ਼ੀਰਾਂ ਦੀ ਸੁਣ ਗਈ, ਸਿੱਧੂ ਦੀ ਸੁਣ ਗਈ, ਅਮਰਿੰਦਰ ਸਿੰਘ ਦੇ। ਸਾਡੀਆਂ ਕੌਣ ਸੁਣੇ? ਅਸੀਂ ਕਿੱਧਰ ਨੂੰ ਜਾਈਏ? ਸਾਡੇ ਬਾਰੇ ਵੀ ਸੋਚ ਲਓ। ਅਸੀਂ ਜ਼ਮੀਨਾਂ ਵੇਚ ਫੰਡ ਦੇਤੇ, ਅਸੀਂ ਕਿੱਧਰ ਨੂੰ ਜਾਈਏ? ਇਹ ਚੀਜ਼ ਹੈ ਕਿ ਤੁਸੀਂ ਗੱਲ ਕੀਤੀ ਕਿ ਜ਼ਮੀਨਾਂ ਦੇ ਕੇ ਫੰਡ ਕਰਤੇ, ਮਗਰ ਇੱਕ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਜਿਵੇਂ ਗਿੱਲ ਹਲਕੇ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਹੀ ਕਾਂਗਰਸ ਦਾ ਇੰਨਾ ਬੁਰਾ ਹਾਲ ਚੱਲ ਰਿਹਾ ਕਿ ਕਿਤੇ ਵੀ ਆ ਇਹਨਾਂ ਨੂੰ ਪਾਰਟੀਬਾਜ਼ੀ ਹੋਈ ਆ। ਮਗਰ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਹਿ ਰਿਹਾ ਕਿ ਅਸੀਂ ਕੋਈ ਨਵਾਂ ਚਿਹਰਾ ਲੈ ਕੇ ਆਵਾਂਗੇ, ਕਿ ਜਨਾਨੀਆਂ ਨੂੰ ਅਸੀਂ ਇਹ ਲੇਡੀਜ਼ ਨੂੰ ਅੱਗੇ ਸੀਟਾਂ ਦੇ ਕੇ ਉੱਥੋਂ ਦਿੱਤੇ ਜਾਊਂਗੀ। ਮਗਰ ਉਸ ਦੇ ਵਿੱਚ ਇਹ ਚੀਜ਼ ਹੈ ਕਿ ਜਿਹੜੇ ਤੁਸੀਂ ਪੁਰਾਣੇ ਵਰਕਰ ਬੈਠੇ ਹੋ, ਕਦੀ ਇਸ ਸੰਬੰਧ ਦੇ ਵਿੱਚ ਇਹਨਾਂ ਨੇ ਤੁਹਾਡੇ ਨਾਲ ਕਦੀ ਕੋਈ ਮੀਟਿੰਗ ਕੀਤੀ ਜਾਂ 5 ਸਾਲਾਂ ਦੇ ਵਿੱਚ ਕਦੀ ਤੁਹਾਡੇ ਨਾਲ ਆ ਕੇ ਦੁੱਖ ਫਰਿਆਦ ਕੋਈ ਸੁਣੀ ਤੁਹਾਡੀ? ਕੋਈ ਪਹਿਲੀ ਗੱਲ ਤਾਂ ਮੈਨੂੰ ਕੋਈ ਕੰਮ ਨਹੀਂ ਕਿਸੇ ਤੇ, ਕੰਮ ਨਹੀਂ ਕੋਈ ਕਿਸੇ ਤੇ। ਜਿਹੜੀ ਸਭ ਤੋਂ ਵੱਡੀ ਗੱਲ ਆ, ਨਵਜੋਤ ਸਿੱਧੂ ਨੂੰ ਟਕਸਾਲੀ ਨਾਰਾਜ਼ ਨੇ, ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਉਹ ਮੇਰੇ ਕੋਲ ਵੀ ਪੁਰਾਣੇ ਬੰਦੇ ਆਲੇ ਦੁਆਲੇ ਆ ਜਾਵੇ, ਯਾਰ ਜੋਰਾ ਸਿੰਘ ਸਾਡਾ ਆ ਨਹੀਂ। ਪਰ ਸਿੱਧੂ ਸਾਹਿਬ ਨੂੰ ਪ੍ਰਧਾਨ ਬਣਨ ਤੋਂ ਬਾਅਦ ਅਸੀਂ ਟਕਸਾਲੀ ਕਾਂਗਰਸੀ ਖੁਸ਼ ਹੋ ਗਏ। ਉਹਦੇ ਮੂੰਹ ਨੂੰ ਅਸੀਂ ਵੋਟ ਪਾਉਣੀ ਆ ਕਾਂਗਰਸ ਨੂੰ। ਸਿੱਧੂ ਸਾਹਿਬ ਪ੍ਰਧਾਨ ਬਣਿਆ ਤੇ ਟਕਸਾਲੀ ਕਾਂਗਰਸੀ ਨੇ ਜਿਹੜੇ ਉਹ ਖੁਸ਼ ਹੋ ਗਏ ਵੀ ਜਿਹੜਾ ਕੁਛ ਹੋ ਗਿਆ ਨਰਿੰਦਰ ਦੇ ਰਾਹ 'ਚ ਛੱਡੋ ਪਰੇ, ਵੀ ਹੁਣ ਆਪਾਂ ਨੂੰ ਉਹ ਬੰਦਾ ਆ ਗਿਆ, ਇਹਦਾ ਕੀ ਕਸੂਰ ਆ? ਇਹ ਤਾਂ ਹੁਣ ਆਇਆ। ਟਕਸਾਲੀ ਕਾਂਗਰਸੀ ਬਿਲਕੁਲ ਹੁਣ ਕਾਂਗਰਸ ਨੂੰ ਵੋਟ ਪਾਊਗਾ, ਚਾਹੇ ਮੇਰੀ MLA ਨਾਲ ਬਣਦੀ ਹੈ ਚਾਹੇ ਮੇਰੀ ਨਹੀਂ ਬਣਦੀ। ਸਿੱਧੂ ਸਾਹਿਬ ਦੇ ਮੂੰਹ ਨੂੰ ਸੈਂਟਰ, ਉਹ ਦਿੱਲੀ ਵਾਲੇ ਬੜੇ ਸਿਆਣੇ ਨੇ, ਉਹ ਨਿਆਣੇ ਨਹੀਂ ਹੈਗੇ, ਉਹ ਬੜੇ ਸਿਆਣੇ ਨੇ। ਜਿਹੜੇ ਰੁੱਸੇ ਹੋਏ ਕਾਂਗਰਸੀ ਸੀਗੇ ਉਹ ਸਿੱਧੂ ਸਾਹਿਬ ਦੇ ਮੂੰਹ ਨੂੰ ਕਾਂਗਰਸ ਨੂੰ ਵੋਟ ਪਾਉਣਗੇ। ਉਹ ਇੱਕ ਇਹ ਤੁਸੀਂ ਗੱਲ ਕਿਹਾ ਕਿ ਇੱਕ ਸਿੱਧੂ ਸਾਹਿਬ ਦੇ ਮੂੰਹ ਤੇ ਹੈ ਨਾ ਵੋਟ, ਉਸ ਫੇਸ ਨੂੰ ਦੇਖ ਕੇ ਵੋਟ ਪਾਉਂਗੀ। ਮਗਰ ਇੱਕ ਇਹ ਚੀਜ਼ ਨੂੰ ਗੱਲ ਨੂੰ ਇਹ ਹੈ ਕਿ ਸਾਡੇ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਆ, ਤੇ ਇੱਕ ਉਹਨਾਂ ਦਾ ਆਪਸੀ ਉਹ ਤਾਲਮੇਲ ਨਹੀਂ ਬੈਠ ਰਿਹਾ, ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਤਾਲਮੇਲ ਦੀ ਗੱਲ ਹੀ ਇਹ ਆ, ਪਰਿਵਾਰ ਦੇ ਵਿੱਚ ਬਹੁਤ ਕੁਝ ਹੋ ਜਾਂਦਾ, ਮਤਭੇਦ ਦਿੱਲੀ ਬਹੁਤ ਕੁਝ ਹੋ ਜਾਂਦਾ। ਕੋਈ ਨਹੀਂ, ਚੰਨੀ ਨੂੰ ਮੁੱਖ ਮੰਤਰੀ ਬਣਾਉਣ ਵਾਲਾ ਹੀ ਸਿੱਧੂ ਆ। ਜੇ ਉਹਨੇ ਸਿੱਧੂ ਨੇ ਜਦੋਜਹਿਦ ਕੀਤੀ, ਝੰਡਾ ਬੁਲੰਦ ਚੁੱਕਿਆ, MLA ਦੇ ਪਿੱਛੇ ਲੱਗੇ, ਬੇਅਦਬੀ ਦਾ ਗੱਲ ਚੱਲੀ, ਤਾਂ ਹੀ ਅਮਰਿੰਦਰ ਸਿੰਘ ਲਾਹਿਆ। ਚੰਨੀ, ਮੈਂ ਇਹ ਕਹੂੰਗਾ ਵੀ ਚੰਨੀ ਸਾਹਿਬ ਮੁੱਖ ਮੰਤਰੀ ਬਣਾਉਣ ਵਾਲਾ ਤੁਹਾਨੂੰ ਸਿੱਧੂ ਆ। ਜੇ ਉਹਨੇ ਅਮਰਿੰਦਰ ਸਿੰਘ ਨੂੰ ਲਾਹਿਆ ਗੱਦੀ ਤੋਂ, ਤਾਂ ਤੁਸੀਂ ਗੱਦੀ ਤੇ ਬੈਠੇ। ਇਹ ਹੈ ਜੀ ਕਿ ਗੱਲ ਸੁਣਨ ਨੂੰ ਵੀ ਆਉਂਦੀ ਹੈ ਕਿ ਇੱਕ ਸਿੱਧੂ ਸਾਹਿਬ ਕਹਿੰਦੇ ਕਿ ਇੱਕ ਚਾਬੀ ਵਾਲਾ ਬਾਂਦਰ ਹੋਵੇ, ਜਿਵੇਂ ਮੁੱਖ ਮੰਤਰੀ ਨੂੰ ਮੈਂ ਜਿੱਦਾਂ ਚਾਹਾਂ ਤਾਂ ਉੱਦਾਂ ਚੀਜ਼ ਤੇ ਚੱਲੇ, ਮਗਰ ਉਸ ਮੁਤਾਬਕ ਹੋ ਨਹੀਂ ਰਿਹਾ, ਤਾਂ ਹੁਣ ਉਹਨਾਂ ਦੇ ਪ੍ਰਤੀ ਐਂਟੀ ਬੋਲ ਰਿਹਾ। ਨਹੀਂ, ਉਹ ਇਹ ਗੱਲ ਨਹੀਂ ਹੈਗੀ। ਇਹ ਤਾਂ ਮਤਲਬ ਜਿਹੜੇ ਸਾਡੇ ਚਲੋ ਮੀਡੀਆ ਵਾਲੇ ਤੁਸੀਂ ਵੀ ਹੋ, ਉਹ ਕੋਈ ਐਸੀ ਗੱਲ ਨਹੀਂ ਵੀ ਸਿੱਧੂ ਸਾਹਿਬ ਕਹਿੰਦਾ ਐ ਚੱਲ। ਸਿੱਧੂ ਸਾਹਿਬ ਦੇ ਚਲੋ ਕੋਈ ਮੇਰਾ ਵਿਚਾਰ ਹੋਰ ਆ, ਤੁਹਾਡਾ ਵਿਚਾਰ ਹੋਰ ਆ, ਮੇਰੇ ਭਾਈਆਂ ਦਾ ਹੋਰ ਆ। ਸਿੱਧੂ ਸਾਹਿਬ ਦੇ ਕੋਈ ਵਿਚਾਰ ਨੇ। ਮੈਂ ਔਖਾ ਸੌਖਾ, ਹੁਣ ਮੇਰੀ ਆਕਸੀਜਨ ਵਾਲੀ ਮਸ਼ੀਨ ਲੱਗੀ ਹੋਈ ਹੈ ਇੱਥੇ, ਤੇ ਉਹ ਮੈਂ ਪ੍ਰਗਟ ਸਿੰਘ ਨੂੰ ਮਿਲਣਾ। ਮੈਂ ਉਹੀ ਤੁਹਾਨੂੰ ਪਹਿਲਾਂ ਵੀ ਗੱਲ ਕਰ ਚੁੱਕਿਆ ਵੀ ਜੇ ਪਰਿਵਾਰ ਇਕੱਠਾ, ਫਿਰ ਆਪਾਂ ਇੱਕ ਦੂਜੇ ਨੂੰ ਕਹਾਂਗੇ ਵੀ ਆਹ ਗੱਲ ਐਂ ਕਰ ਲਾ, ਆਹ ਗੱਲ ਐਂ ਕਰ ਲਾ। ਜੇ ਆਪਾਂ ਅਲੱਗਾ ਹੋ ਗਏ ਫਿਰ ਉਹ ਕੋਈ ਖਾਸ ਗੱਲ ਨਹੀਂ ਹੈਗੀ। ਚਲੋ ਸਿੱਧੂ ਸਾਹਿਬ ਵੀ ਸੁਲਝੇ ਹੋਏ ਇਨਸਾਨ ਨੇ, ਚੰਨੀ ਸਾਹਿਬ ਵੀ ਆਜ਼ਾਦ ਜਿੱਤ ਗਏ। ਮੈਨੂੰ ਕੋਈ ਜਿੱਤ ਕੇ ਦਿਖਾ ਲਓ ਆਜ਼ਾਦ ਖੜ੍ਹ ਕੇ। ਹਾਲੇ ਫਰੀਦਕੋਟ ਮੁਕਤਸਰ 'ਚ ਆਜ਼ਾਦ ਜਿੱਤ ਜਾਂਦੇ ਨੇ, ਪਾਰਟੀ ਤੇ ਬਿਨਾਂ ਕੋਈ ਵੱਡਾ ਨਹੀਂ। ਚੰਨੀ ਆਜ਼ਾਦ ਜਿੱਤਿਆ, ਜੇ ਚੰਨੀ 'ਚ ਕੋਈ ਗੁੜ ਸੀ ਤਾਂ ਹੀ ਆਜ਼ਾਦ ਜਿੱਤਿਆ ਉਹ। ਇਹ ਤਾਂ ਨਹੀਂ ਗੱਲ ਜਿੱਤ ਕੇ ਦਿਖਾ ਲਓ, ਹਰੇਕ ਇੱਥੇ ਆਜ਼ਾਦ ਖੜ੍ਹ ਕੇ ਦੇਖ ਲਓ, ਜ਼ਮਾਨਤ ਜ਼ਬਤ ਹੋ ਜੂ।
ਤੁਸੀਂ ਕਿਹਾ ਕਿ ਉਸ ਮੁਤਾਬਕ ਹੈ। ਹੁਣ ਆਪਣੇ ਗਿੱਲ ਹਲਕੇ ਤੋਂ ਲਾ ਲਓ, ਤੁਸੀਂ ਗੱਲ ਕੀਤੀ ਕਿ ਐਮਐਲਏ ਦੀ ਕਾਰਜਕਾਰੀ ਤੋਂ ਮੈਂ ਖੁਸ਼ ਨਹੀਂ ਹਾਂ। ਕਿ ਜੇ ਤੁਸੀਂ ਕਿਤੇ ਟਕਸਾਲੀ ਹੋ ਗਏ, ਤੁਸੀਂ ਖੁਸ਼ ਨਹੀਂ, ਤਾਂ ਆਮ ਪਬਲਿਕ ਉਹਨਾਂ ਤੋਂ ਪ੍ਰਤੀ ਖੁਸ਼ ਹੈ? ਦੇਖੋ ਗੱਲ ਇਹ ਆ, ਚਾਹੇ ਕੋਈ ਖੁਸ਼ ਆ ਚਾਹੇ ਕੋਈ ਨਹੀਂ ਖੁਸ਼, ਮੇਰਾ ਉਹ ਇੰਨਾ ਸਤਿਕਾਰ ਕਰਦਾ ਸੀ ਨਾ। ਕਸੂਰ ਮੇਰੇ 'ਚ ਵੀ ਆ, ਮੇਰਾ ਪੂਰਾ ਉਹਦੇ 'ਚ ਕਸੂਰ ਨਹੀਂ ਹੈਗਾ, ਕਸੂਰ ਮੇਰੇ 'ਚ ਵੀ ਆ। ਤੇ ਚਾਹੇ ਅਸੀਂ ਖੁਸ਼ ਹਾਂ, ਚਾਹੇ ਬੁਲਾਈਏ ਚਾਹੇ ਨਾ ਬੁਲਾਈਏ, ਪਰ ਜਦੋਂ ਪਾਰਟੀ ਨੇ ਉਹਨੂੰ ਟਿਕਟ ਦੇ ਕੇ ਭੇਜਤਾ ਨਾ, ਫਿਰ ਮੇਰਾ ਬਟਨ ਚਾਹੇ ਉਹ ਆਪ ਆ ਕੇ ਦੱਬ ਲਵੇ, ਮੈਂ ਉਲਟ ਵੋਟ ਨਹੀਂ ਪਾਉਂਦਾ। ਕਾਂਗਰਸ ਨੂੰ ਪਾਉਂਗੇ? ਬਿਲਕੁਲ ਪਾਉਂਗਾ ਮੈਂ ਕਾਂਗਰਸ ਨੂੰ, ਪੱਕੀ ਗੱਲ ਹੈ ਜੀ? ਬਿਲਕੁਲ ਪਾਉਂਗਾ ਮੈਂ, ਬਿਲਕੁਲ ਪਾਉਂਗਾ। ਮੇਰਾ ਜੇ ਉਹ ਕੋਈ ਕਹਿਣਗੇ ਵੀ ਜੋਰੇ ਨੇ ਤੈਨੂੰ ਵੋਟ ਨਹੀਂ ਪਾਉਣੀ, ਮੈਂ ਕਹਿ ਦੂੰ ਮੇਰਾ ਬਟਨ ਆਪ ਦੱਬ ਲਓ। ਕਿ ਟਕਸਾਲੀ ਤਾਂ ਕਈ ਨਾਰਾਜ਼ ਹੋਏ ਫਿਰਦੇ ਆ, ਉਹ ਕਹਿਣਾ ਕਿਵੇਂ ਉਹਨਾਂ ਨੂੰ ਵੋਟ ਪਾ ਦੇਣਗੇ? ਉਹ ਸਿੱਧੂ ਸਾਹਿਬ ਦੇ ਮੂੰਹ ਨੂੰ, ਸਿੱਧੂ ਸਾਹਿਬ ਆ ਗਿਆ ਨਾ ਵੀ ਅਗਲਾ ਕਹਿੰਦਾ ਯਾਰ ਛੱਡੋ ਪਰੇ ਸਿੱਧੂ, ਵੀ ਆਪਾਂ ਤਾਂ ਵੋਟ ਸਿੱਧੂ ਨੂੰ। ਸਿੱਧੂ ਲੋਕਾਂ ਦੇ ਵਿੱਚ ਹਰਮਨ ਪਿਆਰਾ, ਇਮਾਨਦਾਰ ਬੰਦਾ। ਹੁਣ ਉੱਥੇ ਕਣਕ ਜਲ ਗਈ ਅੰਮ੍ਰਿਤਸਰ, ਮੈਂ ਵੀਡੀਓ ਦੇਖੀ, ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਸਰਕਾਰ ਕੁਛ ਦਵੇ ਚਾਹੇ ਨਾ ਦਵੋ, ਆ ਲਓ ਪੈਸੇ, ਆ ਲਓ ਪੈਸੇ। ਸਿੱਧੂ ਸਾਹਿਬ ਲੋਕਾਂ ਦੇ ਵਿੱਚ ਹਰਮਨ ਪਿਆਰਾ, ਇਹ ਗੱਲ ਚਰਨਜੀਤ ਚੰਨੀ ਆਜ਼ਾਦ ਜਿੱਤ ਗਿਆ, ਉਹ ਵੀ ਹਰਮਨ ਪਿਆਰਾ, ਜਿੱਤ ਕੇ ਦਿਖਾ ਲਓ ਆਜ਼ਾਦ ਖੜ ਕੇ, ਜ਼ਮਾਨਤ ਜ਼ਬਤ ਹੋ ਜੂ। ਜੇ ਇੱਕ ਇਹ ਵੀ ਗੱਲ ਹੈ ਕਿ ਬਾਈ ਚਾਂਸ ਜੇ ਸਿੱਧੂ ਸਾਹਿਬ ਇਲੈਕਸ਼ਨ ਦੇ ਵਿੱਚ ਨਹੀਂ ਕੋਈ ਮਦਦ ਕਰਦੇ ਤਾਂ ਚੰਨੀ ਦੇ ਚਿਹਰੇ ਨੂੰ ਦੇਖ ਕੇ ਵੋਟਾਂ ਮਿਲਣਗੀਆਂ? ਨਹੀਂ, ਸਿੱਧੂ ਸਵਾਲ ਹੀ ਨਹੀਂ ਪੈਦਾ ਹੁੰਦਾ ਸਿੱਧੂ ਮਦਦ ਨਾ ਕਰੇ। ਸਿੱਧੂ ਹੁਣ ਨਾਰਾਜ਼ ਚੱਲਦਾ, ਹੁਣ ਉਹ ਬਾਡੀ ਬਣਾਉਣ ਲੱਗਿਆ ਹੋਇਆ। ਉਹ ਬਾਡੀ ਮੈਂ ਉਹਨੂੰ ਇੱਕ ਬੇਨਤੀ ਕਰਨੀ ਆ, ਜਦੋਂ ਫੌਜ ਦੇ ਵਿੱਚ ਭਰਤੀ ਹੁੰਦਾ ਨਾ ਮੁੰਡਾ, ਤਾਂ ਉਹਦਾ ਹੁਲੀਆ ਆਉਂਦਾ ਵੀ ਇਹਨਾਂ ਦਾ ਖਾਨਦਾਨ ਨਾਨਕੇ ਦਾਦਕੇ ਹੈਗੇ ਕਿਤੇ ਕਿ ਨਹੀਂ। ਮੈਂ ਸਿੱਧੂ ਸਾਹਿਬ ਨੂੰ ਤੇ ਚੰਨੀ ਸਾਹਿਬ ਨੂੰ ਇੱਕ ਬੇਨਤੀ ਕਰਨੀ ਆ ਵੀ ਜਦੋਂ ਆਹ ਪੰਜਾਬ ਦੇ ਵਿੱਚ ਬਾਡੀ ਬਣਨੀ ਆ ਜ਼ਿਲ੍ਹਾ ਪ੍ਰਧਾਨਾਂ ਦੀ, ਸਕੱਤਰਾਂ ਦੀ, ਇਹਨਾਂ ਦਾ ਮਾੜਾ ਜਿਹਾ ਪਿਛੋਕੜ ਹੁਲੀਆ ਦੇਖ ਲਈ ਵੀ ਨਾਨਕੇ ਦਾਦਕੇ ਹੈਗੇ ਕਿਤੇ, ਪਿਛੜਕ ਤਾਂ ਨਹੀਂ ਹੈਗੇ ਕਿਤੇ, ਵੀ ਇੰਨਾ ਕੁ ਧਿਆਨ ਰੱਖ ਲਿਓ। ਹਾਂ, ਵੀ ਨਾਨਕੇ ਦਾਦਕੇ ਹੈਗੇ, ਪਿਛੜਕ ਤਾਂ ਨਹੀਂ ਹੈਗੇ, ਦਲ ਬਦਲੂ ਤਾਂ ਨਹੀਂ ਹੈਗੇ, ਵੀ ਇੰਨਾ ਕੁ ਧਿਆਨ ਰੱਖ ਲਿਓ। ਗੱਲ ਇਹ ਚੀਜ਼ ਹੈ ਜੀ, ਇਹ ਤੁਸੀਂ ਜੋ ਗੱਲ ਕੀ ਹੈ ਕਿ ਦਲ ਬਦਲੂ ਨਹੀਂ ਆ, ਮਗਰ ਇੱਕ ਚੀਜ਼ ਹੈ, ਪੁਰਾਣੀ ਟਕਸਾਲੀਆਂ ਨੂੰ ਛੱਡ ਕੇ ਨਵੇਂ ਜੋ ਪਾਰਟੀ ਤੋਂ ਦੂਜੀ ਪਾਰਟੀਆਂ ਤੋਂ ਵਿੱਚ ਆ ਰਿਹਾ, ਤਾਂ ਉਹਨਾਂ ਨੂੰ ਤਾਂ ਪਹਿਲ ਦੇ ਆਧਾਰ ਤੇ ਸੀਟਾਂ ਦਿੱਤੀਆਂ ਜਾਂਦੀਆਂ। ਉਹ ਜੀ ਗੱਲ ਇਹ ਆ ਗਈ ਨਾ ਗੱਲ ਮੁਕੱਦਰਾਂ ਤੇ। ਮੇਰੇ ਮੁਕੱਦਰ 'ਚ ਹੀ ਨਹੀਂ ਕੁਛ ਰੱਬ ਨੇ ਲਿਖਿਆ ਜਦ, ਤੇ ਉਹਨਾਂ ਦੇ ਮੁਕੱਦਰ 'ਚ ਹੁਣ ਸਾਡੇ ਲਾਪਰ ਸਾਹਿਬ ਨੇ 1992 ਦੇ ਵਿੱਚ ਸਰਦਾਰ ਬਿਆਨ ਸਿੰਘ ਮੁੱਖ ਮੰਤਰੀ ਬਣੇ, ਉਹ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣੇ ਲਾਪਰ ਸਾਹਿਬ। ਉਹ ਮਤਲਬ ਵੀ ਚੇਅਰਮੈਨ ਨਹੀਂ ਭਾਈ ਜ਼ਿਲ੍ਹਾ ਪ੍ਰੀਸ਼ਦ ਦੀ ਤੇਰੀ ਆ। ਸਰਦਾਰ ਬੇਅੰਤ ਸਿੰਘ ਨੂੰ ਲੋਕਾਂ ਨੇ ਗਮਰਾਹ ਕਰਕੇ ਉਂਗਲਾਂ ਲਾ ਲਾ ਕੇ ਸੁਖਵੰਤ ਨੂੰ ਚੇਅਰਮੈਨ ਬਣਾਤਾ। ਹੁਣ ਸੁਖਵੰਤ ਤਾਂ ਸੀਐਮ ਦਾ ਮੁੰਡਾ, ਉਹ ਕੋਟਲੀ ਵਾਲਿਆਂ ਦੇ ਤਾਂ ਮਤਲਬ ਰਸੋਈਏ ਦਾ ਫੋਨ ਚਲਿਆ ਜਾਵੇ ਡੀਸੀ ਨੂੰ ਵੀ ਜੀ ਮੈਂ ਕੋਟਲੀ ਵਾਲੇ ਦਾ ਰਸੋਈਆ ਬੋਲਦਾ। ਹਾਲਾਂਕਿ ਮੇਰੇ ਬਹੁਤ ਵਧੀਆ ਤਾਲੁਕਾਤ ਨੇ, ਮੇਰੇ ਘਰੇ ਵੀ ਆਉਣ ਜਾਣਾ, ਗੁਰਕੀਰਤ ਮੇਰੇ ਘਰੇ ਆਇਆ, ਲੱਖਾ ਮੇਰੇ ਘਰੇ ਆਇਆ, ਤੇਜ ਪ੍ਰਕਾਸ਼ ਮੇਰੇ ਘਰੇ ਆਇਆ। ਉਹ ਸੁਖਵੰਤ ਨੂੰ ਚੇਅਰਮੈਨ ਬਣਾਤਾ, ਲਾਪਰ ਸਾਹਿਬ ਦਾ ਨੰਬਰ ਕੱਟਿਆ ਗਿਆ। ਰੌਲਾ ਫੇਰ ਆ ਗਿਆ ਮੱਥੇ ਦੀਆਂ ਤਕਦੀਰਾਂ ਤੇ ਵੀ ਲਾਪਰ ਸਾਹਿਬ ਤੇਰੇ ਕਰਮਾਂ 'ਚ ਜ਼ਿਲ੍ਹਾ ਪ੍ਰੀਸ਼ਦ ਦੀ ਕੁਰਸੀ ਨਹੀਂ ਹੈਗੀ, ਦੇ ਦੋ ਸ਼ਬਦ ਮੱਥੇ ਦੀਆਂ ਤਕਦੀਰਾਂ ਨੂੰ। ਰੌਲਾ ਤਾਂ ਕਰਮਾਂ ਤੇ ਆ ਗਿਆ ਨਾ। ਲਾਪਰ ਹੁਣ ਚਲੋ ਜਾਂਦੇ ਆ ਉੱਥੇ, ਮਤਲਬ ਲਾਪਰ ਸਾਹਿਬ ਦੀ ਕੋਠੀ ਬੈਠੇ, ਉੱਥੇ ਆ ਗਿਆ ਇੱਕ ਮੰਦਰ ਵਾਲਾ ਪੁਜਾਰੀ ਆ ਗਿਆ, ਉਹ ਲਾਪਰ ਸਾਹਿਬ ਦੇ ਵੱਡੇ ਲੜਕੇ ਨੂੰ ਕਹਿਣ ਲੱਗਿਆ ਵੀ ਜੀ ਸਾਡੇ ਲਾਈਟਾਂ ਹੈ ਨਹੀਂ ਗੀਆਂ, ਵੀ ਲਾਈਟਾਂ ਲਾਓ। ਉਹ ਕਹਿੰਦਾ ਯਾਰ 4-4 ਸਾਲ ਦੇ ਪੈਸੇ ਖੜੇ ਨੇ, ਸਰਕਾਰ ਲਾਈਟਾਂ ਲਵਾ ਲੈਂਦੀ ਆ, ਪੈਸੇ ਦਿੰਦੇ ਨਹੀਂ। ਉਹ ਮੈਂ ਕਿਹਾ ਪਰਮਿੰਦਰ ਵੀ ਤੂੰ ਮੈਨੂੰ ਠੇਕਾ ਦੇ ਦੇ ਵੀ ਮੈਂ ਲਾ ਦਿੰਦਾ ਲਾਈਟਾਂ। ਕਹਿੰਦਾ ਅੰਕਲ 4-4 ਸਾਲ ਦੇ ਪੈਸੇ ਨਹੀਂ ਮਿਲਦੇ। ਮੈਂ ਕਿਹਾ ਮੈਂ ਤਾਂ ਪੈਸੇ ਤੁਹਾਤੇ ਪਹਿਲਾਂ ਹੀ ਲੈ ਲੈਣੇ ਨੇ। ਕਹਿੰਦਾ ਕਿਵੇਂ ਲੈ ਲੇਗਾ? ਮੈਂ ਕਿਹਾ ਮੈਂ ਬਾਬੂ ਹੇਮਰਾਜ ਦੇ ਭੱਠੇ ਤੋਂ ਜੇ ਤੂੰ 4 ਲੱਖ ਦੀਆਂ ਲਾਈਟਾਂ ਲਵਾਵੇਂਗਾ, ਮੈਂ 5 ਲੱਖ ਦੀ ਇੱਟ ਚੱਕ ਲੈਣੀ ਆ, ਮੇਰੀ ਬਣਦੀ ਆ ਉਹਨਾਂ ਨਾਲ। ਮੈਂ ਕਿਹਾ ਬਾਬੂ ਹੇਮਰਾਜ ਕਹੂ ਵੀ ਜੋਰਾ ਸਿੰਘ ਪੈਸੇ ਲਿਆ, ਲੇਬਰ ਤੋਰਨੀ ਆ। ਮੈਂ ਕਿਹਾ ਮੈਂ ਕਹਿ ਦੂੰ ਲਾਈਟਾਂ ਵਾਲੇ ਦੇ ਦਿਓ, ਇੱਟਾਂ ਵਾਲੇ ਲੈ ਲਓ। ਸਹੀ ਗੱਲ ਮੇਰਾ ਮੈਂ ਕਹਿ ਦੂੰ ਵੀ ਲਾਈਟਾਂ ਵਾਲੇ ਪੈਸੇ ਲੈ ਲਓ, ਇੱਟਾਂ ਵਾਲੇ ਦੇ ਦਿਓ। ਮੈਂ ਤਾਂ ਪਹਿਲਾਂ ਹੀ ਲੈ ਲੈਣੇ ਨੇ। ਮੈਨੂੰ ਕਹਿੰਦੇ ਵੀ ਲਾਪਰ ਸਾਹਿਬ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣ ਲੈਣ ਦੇ, ਵੀ ਤੈਨੂੰ ਸਾਰੇ ਠੇਕੇ ਤੈਨੂੰ ਹੀ ਦੇਣੇ ਨੇ। ਉਹ ਭਾਈ ਜ਼ਿਲ੍ਹਾ ਪ੍ਰੀਸ਼ਦ ਭਾਈ ਲੱਖੇ ਹੋਣੀ ਕੋਠਲੀ ਵਾਲੇ ਜ਼ੋਰ ਵਾਲੇ ਸੀਗੇ, ਉਹ ਭਾਈ ਜਟਾਲੀ ਘੜੀਸ ਕੇ ਲੈ ਕੇ ਰੱਸਾ ਪਾ ਕੇ। ਚਲੋ ਕੋਈ ਨਹੀਂ, ਫਿਰ ਲਾਪਰ ਸਾਹਿਬ ਨੂੰ ਮੈਂ ਕਿਹਾ ਹੁਣ ਮੈਨੂੰ ਮੇਰੇ ਮੁੰਡੇ ਕਹਿੰਦੇ ਲਾਪਰ ਸਾਹਿਬ ਕੋ ਤੁਹਾਨੂੰ ਵੀ ਕਹਿ ਦੇ ਗੋਡਾ ਨਵਾਇਆ ਮਾੜਾ ਜਿਹਾ ਵੀ ਚੇਅਰਮੈਨ ਹੀ ਨਹੀਂ ਮਿਲੀ। ਮੈਂ ਕਿਹਾ ਯਾਰ ਮੈਂ ਕੀ ਕਹਾਂ, ਮੈਂ ਤਾਂ ਪਹਿਲਾਂ ਹੀ ਕਹਿਤਾ ਸੀ ਉਹਨੂੰ ਵੀ ਤੈਨੂੰ ਚੇਅਰਮੈਨੀ ਨਹੀਂ ਮਿਲਣੀ, ਚੇਅਰਮੈਨੀ ਉਹਨੂੰ ਮਿਲਣੀ ਆ ਜੰਡਾਲੀ ਵਾਲੇ ਮੁੰਡੇ ਨੂੰ।
ਠੀਕ ਹੈ। ਇਸ ਪਿੱਛੇ ਤਾਂ ਲਾਪਰ ਸਾਹਿਬ ਵੀ ਨਾਰਾਜ਼ ਪਾਰਟੀ ਤੋਂ ਚੱਲਦੇ ਆ ਰਿਹਾ। ਉਹਨਾਂ ਦਾ ਇਹ ਕਹਿਣਾ ਕਿ ਮੈਂ ਆਪਦੀ ਪੂਰੀ ਉਮਰ ਪਾਰਟੀ ਪਿੱਛੇ ਗਾਲਤੀ ਕਿ ਮਗਰ ਹੁਣ ਤੱਕ ਮੇਰੀ ਪਾਰਟੀ ਨੇ ਕੋਈ ਸੁਣਵਾਈ ਨਹੀਂ ਕੀਤੀ, ਮੇਰੀ ਕੋਈ ਗੱਲ ਨਹੀਂ ਸੁਣਦਾ ਪਿਆ। ਤੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਉਹ ਜੀ ਗੱਲ ਇਹ ਆ, ਫਿਰ ਉੱਥੇ ਹੀ ਗੱਲ ਆ ਗਈ। ਫਿਰ ਲਾਪਰ ਸਾਹਿਬ ਨੂੰ ਮੈਂ ਕਿਹਾ ਲਾਪਰ ਸਾਹਿਬ ਵੀ ਚੱਲ ਕਿਸੇ ਚੀਜ਼ ਦੀ ਲੋੜ ਹੁੰਦੀ ਹੈ, ਮੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੋਇਆ। ਆੜ੍ਹਤੀ ਦੀ ਦੁਕਾਨ ਹੈਗੀ ਛੋਟੀ ਮੀਟੀ, 1 ਲੱਖ ਰੁਪਈਆ ਜੇ ਵਿਆਜ ਤੇ ਦੇ ਦਈਏ 2% ਨੂੰ ਸਾਲ ਦਾ 24,000 ਰੁਪਈਆ ਬਣ ਜਾਂਦਾ। ਤੇ ਮੈਨੂੰ ਕਹਿੰਦਾ ਮੈਂ ਫਲਾਨੇ ਹਲਕੇ ਤੋਂ ਵੀ ਚੋਣ ਲੜਨੀ ਹੈ MLA ਦੀ, ਵੀ ਉੱਥੇ ਤੇਰੇ ਫਲਾਨੇ ਰਿਸ਼ਤੇਦਾਰ ਨੇ, ਉਹਨਾਂ ਦੀ ਮਦਦ ਕਰੀ, ਵੀ ਉਹਨਾਂ ਨੂੰ ਕਹੀਂ। ਮੈਂ ਕਿਹਾ ਕੋਈ ਨਹੀਂ, ਉਹਨਾਂ ਨੂੰ ਮੈਂ ਕਹਿ ਦੂੰਗਾ ਵੀ ਲੱਖ ਰੁਪਈਆ ਮੇਰਾ ਤੈਨੂੰ ਫੰਡ ਦਾ ਰਿਹਾ, ਵੀ ਉਹ ਮੇਰੇ 'ਤੇ ਤੂੰ ਚਾਹੇ ਹੁਣ ਲੈ ਲਾ, ਚਾਹੇ ਜਿੱਦਣ ਤੈਨੂੰ ਟਿਕਟ ਮਿਲੂਗੀ ਉਦੋਂ ਲੈ ਲਈ, ਵੀ ਲੱਖ ਮੈਂ ਤੈਨੂੰ। ਕਹਿੰਦਾ ਜੋਰਾ ਸਿੰਘ ਮੈਂ ਤੇਰਾ 1 ਲੱਖ ਲੈ ਕੇ ਤੇਰਾ 100 ਰੁਪਈਆ ਰੱਖਣਾ, ਬਾਕੀ ਤੈਨੂੰ ਮੋੜ ਦੇਣੇ ਨੇ। ਮੈਂ ਕਿਹਾ ਚੱਲ ਨਹੀਂ ਮੋੜਨੇ ਤਾਂ ਹੈ ਨਹੀਂ, ਵੀ ਮੈਂ ਤੇਰੀ ਇੰਨੀ ਮਦਦ ਕਰ ਦੂੰ। ਤੇ ਲਾਪਰ ਸਾਹਿਬ ਵੀ ਚਲੋ ਠੀਕ ਆ, ਰੌਲਾ ਮੱਥੇ ਦੀਆਂ ਤਕਦੀਰਾਂ ਤੇ ਆ ਜਾਂਦਾ, ਕਰਿਆ ਕੀ ਜਾਵੇ। ਇਹਨਾਂ ਨੂੰ ਕੌਣ ਧੋ ਦੂ? 10ਵੇਂ ਪਾਤਸ਼ਾਹ ਦੇ ਪਰਿਵਾਰ ਦੀਆਂ ਮੱਥੇ ਦੀਆਂ ਤਕਦੀਰਾਂ ਨਹੀਂ ਮਿਟੀਆਂ। ਲਾਪਰ ਸਾਹਿਬ ਤੇ ਮੈਂ ਕਿਹਦੇ ਵਿਚਾਰੇ ਆ, ਕੀ ਕਰੀਏ, ਕਿੱਧਰ ਨੂੰ ਜਾਈਏ? ਗੱਲ ਇਹ ਚੀਜ਼ ਹੈ ਕਿ ਹੁਣ ਤੁਸੀਂ ਗੱਲ ਕੀਤੀ ਕਿ ਲਾਪਰ ਸਾਹਿਬ ਇੱਕ ਵੱਖਰੇ ਤੌਰ ਤੇ ਕਿਟ ਤੇ ਕਰਨਗੇ, ਪਰ ਇੱਕ ਜੇ ਉਹਨਾਂ ਨੂੰ ਕਿਸੇ ਦੂਜੀ ਪਾਰਟੀ ਵੱਲੋਂ ਇੱਕ ਟਿਕਟ ਦਿੱਤੀ ਜਾਂਦੀ ਆ, ਕਿ ਉਹ ਕਾਂਗਰਸ ਦੇ ਖਿਲਾਫ ਲੜਨਗੇ? ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ। ਲਾਪਰ ਸਾਹਿਬ ਨੇ ਮਰਨ ਪਹਿਲੇ ਧੌਲੇ ਰੋਲਣੇ ਨੇ, ਨਾ ਮੈਂ ਧੌਲੇ ਰੋਲੇ ਨਾ ਉਹ ਧੌਲੇ ਰੋਲੇ। ਲਾਪਰ ਸਾਹਿਬ ਨੂੰ ਅੱਜ ਕਹਿ ਦੇਣ, ਸਵਾਲ ਹੀ ਨਹੀਂ ਪੈਦਾ ਹੁੰਦਾ। ਲਾਪਰ ਸਾਹਿਬ ਕਾਂਗਰਸ 'ਚ ਰਹੂਗਾ, ਕਾਂਗਰਸ 'ਤੇ ਮਰੂਗਾ, ਕਾਂਗਰਸ ਦੇ ਵਿੱਚ ਹੀ ਤਰੰਗੇ 'ਚ ਲਿਪਟੂਗਾ ਉਹ। ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਲਾਪਰ ਸਾਹਿਬ ਕਾਂਗਰਸ ਛੱਡ ਜਾਵੇ। ਹੁਣ ਇਹ ਚੀਜ਼ ਗੱਲ ਦੇਖਣ ਨੂੰ ਆਇਆ ਕਿ ਹੁਣ ਸੁਖਬੀਰ ਬਾਦਲ ਵੱਲੋਂ ਆਪਦੇ ਹਨ ਪਾਰਟੀ ਦੇ ਬਹੁਤ ਪ੍ਰਚਾਰ ਕੀਤਾ ਜਾ ਰਿਹਾ, ਮਗਰ ਕਾਂਗਰਸ ਵੱਲੋਂ ਕਿਤੇ ਵੀ ਕੋਈ ਪ੍ਰਚਾਰ ਨਹੀਂ ਹੋ ਰਿਹਾ, ਕੋਈ ਕੁਛ ਨਹੀਂ ਹੋ ਰਿਹਾ। ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੁਤਾਬਕ ਤਾਂ ਸ਼੍ਰੋਮਣੀ ਅਕਾਲੀ ਦਲ ਕਹਿ ਰਹੀ ਹੈ ਕਿ ਅਸੀਂ ਸਾਰੀਆਂ ਸੀਟਾਂ ਤੇ ਜਿੱਤਾਂਗੇ? ਦੇਖੋ ਜੀ, ਗੱਲ ਇਹ ਆ, ਇੱਕ ਰੱਬ ਦਾ, ਇੱਕ ਵੱਡੇ ਬਾਦਲ ਦਾ, ਕਿਸੇ ਨੇ ਭੇਤ ਨਹੀਂ ਪਾਇਆ। ਇੱਕ ਰੱਬ ਦਾ, ਇੱਕ ਵੱਡੇ ਬਾਦਲ ਦਾ, ਕਿਸੇ ਨੇ ਭੇਤ ਨਹੀਂ ਪਾਇਆ। ਮੈਂ 1992 ਦੇ ਵਿੱਚ ਜਦੋਂ ਸਰਦਾਰ ਬੇਅੰਤ ਸਿੰਘ ਮੁੱਖ ਮੰਤਰੀ ਸੀ, ਮੈਂ ਬਰਗਾੜੀ ਵਿਆਹਿਆ ਹੋਇਆ ਜੀ। ਮੇਰੇ ਘਰ ਵਾਲੀ ਦੀ ਮਾਸੀ ਆ ਦੋਦੇ ਪਿੰਡ, ਭਾਈ ਕੋਟ ਮੇਰਾ ਸਾਲਾ ਵਿਆਹਿਆ ਹੋਇਆ। ਮੈਂ ਦੋਦੇ ਪਿੰਡ ਚਲਿਆ ਗਿਆ ਜੀ ਵੋਟਾਂ ਖਾਤਰ। ਉਹ ਬਾਦਲ ਸਾਹਿਬ ਦੇ ਬਹੁਤ ਕਲੋਜ਼ ਬੰਦੇ ਨੇ, ਡਾਕਟਰ ਹੋਣੀ। ਚਲੋ ਮੈਂ ਗਿਆ, ਉਹ ਬਰਗਾੜੀ ਵਾਲੇ ਨੇ ਦੱਸਿਆ ਵੀ ਇਹ ਲੁਧਿਆਣੇ ਤੋਂ ਆਪਣਾ ਪ੍ਰਾਹੁਣਾ ਐਂ ਕਰਕੇ। ਮੈਂ ਉਹਨੂੰ ਆਪਦੇ ਘਰ ਵਾਲੀ ਦੀ ਮਾਸੀ ਨੂੰ ਕਿਹਾ, ਮਾਸੀ ਵੀ ਮੈਂ ਵੋਟਾਂ ਖਾਤਰ ਆਇਆ, ਵੀ ਤੁਸੀਂ ਵੋਟ ਆ ਜਿਹੜੀ ਵੀ ਉਹਨੂੰ ਮਨਪ੍ਰੀਤ ਬਾਦਲ ਉਹਨੂੰ ਪਾ ਦਿਓ। ਉਹ ਕੌਣ ਸੀ ਉਹ ਗਿੱਦੜ ਹੈ, ਰਘਵੀਰ। ਉਹ ਮੈਨੂੰ ਕਹਿੰਦੀ ਪੁੱਤ ਗੱਲ ਸੁਣ ਲਾ, ਵੀ ਵੋਟਾਂ ਨੂੰ ਤਾਂ ਗਿਆ ਤੂੰ ਆ, ਵੀ ਜਦੋਂ ਦੋਦੇ ਪਿੰਡ ਦੇ ਵਿੱਚ ਕੋਈ ਦੁੱਖ ਸੁੱਖ ਹੋਣਾ ਨਾ, ਬਈ ਵੱਡੇ ਬਾਦਲ ਦੀ ਗੱਡੀ ਐ ਵਿਹੜੇ 'ਚ ਆ ਕੇ ਰੁਕਣੀ ਆ, ਵੀ ਫੇਰ ਉਹਨੇ ਕਿਸੇ ਦੇ ਵਿਆਹ 'ਚ ਜਾਂ ਕਿਸੇ ਦੇ ਮਰਗ ਦੇ ਭੋਗ ਤੇ ਫੇਰ ਆਪਣੇ ਮੁੰਡਿਆਂ ਨੂੰ ਨਾਲ ਲੈ ਕੇ ਜਾਣਾ। ਮੈਂ ਉੱਥੇ ਹੀ ਜ਼ੁਬਾਨ ਬੰਦ ਕਰ ਲਈ ਆਪਦੀ। ਇਹ ਤਾਂ ਵੋਟਾਂ ਹੀ ਪੱਕੀਆਂ, ਵੋਟਾਂ ਪੱਕੀਆਂ ਨੇ, ਮੈਂ ਕੀ ਕਹਿਣ ਜੋਗਾ। ਫਿਰ ਮੇਰੇ ਸਾਲੇ ਦੀ ਲੜਕੀ ਵਿਆਹੀ ਹੋਈ ਆ ਉੱਥੇ ਦੋਦੇ। 22,000 ਏਕੜ ਜ਼ਮੀਨ ਆ ਦੋਦੇ ਪਿੰਡ ਨੂੰ, 18,000 ਏਕੜ ਆ ਭਾਈ ਕੋਟ ਨੂੰ। ਉਹ ਘਰ ਜਿੱਥੇ ਮੇਰੇ ਸਾਲੇ ਦੀ ਲੜਕੀ ਵਿਆਹੀ ਹੋਈ ਆ, ਪਿੰਡੋਂ ਅੱਡੇ ਤੋਂ 2 ਕਿਲੋਮੀਟਰ ਦੂਰ। ਉਹ ਮੇਰੀ ਸਾਲੇ ਦੀ ਲੜਕੀ ਸੀ ਹਰਮਨ, ਉਹਦਾ ਦੁੱਧ ਪੈ ਕੇ ਹੱਥ ਮੱਚ ਗਿਆ। ਚੱਲ ਮੇਰੇ ਘਰ ਵਾਲੀ ਕਹਿੰਦੀ ਖਬਰ ਨੂੰ ਜਾਈ, ਅਸੀਂ ਖਬਰ ਨੂੰ ਚਲੇ ਗਏ, ਬਰਗਾੜੀ ਗਏ, ਉੱਥੋਂ ਰੋਟੀ ਰਾਟੀ ਪਰੌਠਾ ਖਾ ਕੇ ਅਸੀਂ ਉੱਥੇ ਚਲੇ ਗਏ। 2 ਕਿਲੋਮੀਟਰ ਤੱਕ ਉਹਨਾਂ ਦੀ ਪਹੀ ਕਹਿ ਲਓ, ਰਸਤਾ ਕਹਿ ਲਓ, ਇੱਟਾਂ ਲੱਗੀਆਂ ਹੋਈਆਂ। ਉਹ ਮੈਂ ਪ੍ਰਾਹੁਣੇ ਨੂੰ ਕਿਹਾ, ਮੈਂ ਕਿਹਾ ਵੀ ਇੱਟਾਂ 2 ਕਿਲੋਮੀਟਰ ਖਾਤਰ ਵੀ ਇੱਥੇ ਤੱਕ। ਉਹ ਮੈਨੂੰ ਕਹਿੰਦਾ ਫੁੱਫੜ ਜੀ ਬਾਦਲ ਸਾਹਿਬ ਦੀ ਮਿਹਰਬਾਨੀ। ਹੁਣ ਉਹ ਬੰਦਿਆਂ ਨੂੰ ਕਹਿ ਦਈਏ ਤੁਸੀਂ ਵੋਟ ਕਾਂਗਰਸ ਨੂੰ ਪਾ ਦਿਓ, ਨਹੀਂ ਪਾਉਣਗੇ ਉਹ। 2 ਕਿਲੋਮੀਟਰ ਤੱਕ ਦੇਖ ਲਓ ਹੁਣ ਕਿੰਨੀ ਇੱਟ ਲੱਗੂ, ਇੱਥੋਂ 2 ਕਿਲੋਮੀਟਰ ਤੱਕ ਕਿੰਨੀ ਇੱਟ। ਉਹਨਾਂ ਦੇ ਘਰ ਨੂੰ ਇੱਟਾਂ ਲੱਗੀਆਂ ਹੋਈਆਂ। ਯਾਨੀ ਗੱਲ ਇਹ ਆ, ਜਿਹੜੀ ਤੁਸੀਂ ਗੱਲ ਕਰਦੇ ਹੋ, ਕਿਸੇ ਬੰਦੇ ਦਾ ਕਿਸੇ ਸਰ ਆਸਾਨ ਹੋਵੇ ਨਾ, ਉਹਨੂੰ ਭੁਲਾਉਣਾ ਨਹੀਂ ਚਾਹੀਦਾ। ਢੀਂਡਸਾ ਸਾਹਿਬ ਨੇ ਇਹਦੇ ਕੋਲ ਬਾਪ ਵਾਲੇ ਕਿੱਲੇ 4 ਸੀ, ਜਾਂ ਇਹ ਦੱਸ ਦੇਵੇ ਵੀ ਮੇਰੇ ਕੋਲ 5ਵਾਂ ਕਿੱਥੇ ਸੀ। ਜਿੰਨਾ ਢੀਂਡਸੇ ਦਾ ਬਾਦਲ ਸਾਹਿਬ ਨੇ ਮਾਣ ਕੀਤਾ, ਕਿਸੇ ਦਾ ਨਹੀਂ ਕੀਤਾ। ਸਾਰੇ ਪੰਜਾਬ ਨੂੰ ਬਾਦਲ ਸਾਹਿਬ ਆਪ ਦੇਖਦੇ ਸੀ। ਜੇ ਕੋਈ ਸੰਗਰੂਰ ਜ਼ਿਲ੍ਹੇ ਦਾ ਬੰਦਾ ਜਾਂਦਾ ਸੀ ਨਾ ਬਾਦਲ ਸਾਹਿਬ ਕੋਲੇ, ਉਹ ਕਹਿੰਦਾ ਸੀ ਸੰਗਰੂਰ ਦਾ ਇੰਚਾਰਜ ਤਾਂ ਮੈਂ ਢੀਂਡਸਾ ਬਣਾਇਆ ਹੋਇਆ। ਅੱਜ ਇਹ ਵੀ ਕਹਿੰਦਾ ਬਾਦਲ ਮਾੜਾ। ਜਦੋਂ ਇਹ ਕਹਿੰਦਾ ਵੀ ਮੈਂ ਉੱਥੇ ਬਾਈਬਲ ਕਲਾਂ ਗੋਲੀ ਚੱਲੀ ਆ,
ਇਹ ਕਹਿੰਦਾ ਮੈਂ ਬਾਦਲ ਸਾਹਿਬ ਨੂੰ ਕਿਹਾ ਸੀ ਵੀ ਸ਼ੈਣੀ ਨੂੰ ਬਦਲ ਦੇ। ਬਾਦਲ ਸਾਹਿਬ ਨੇ ਸ਼ੈਣੀ ਬਦਲਿਆ ਨਹੀਂ। ਤੂੰ ਆਪਦੇ ਮੁੰਡੇ ਨੂੰ ਉਦੋਂ ਹੀ ਕਹਿੰਦਾ ਵੀ ਦੇ ਕਾਕਾ ਅਸਤੀਫਾ। ਉਦੋਂ ਕਿਉਂ ਨਹੀਂ ਕਿਹਾ? ਉਦੋਂ ਸਰਕਾਰੀ ਲਿਫਾਫੇ ਆਉਂਦੇ ਸੀ, ਉਹ ਜਾਂਦੇ ਸੀ, ਗੱਡੀਆਂ ਜਾਂਦੇ ਸੀ, ਕੋਠੀਆਂ ਜਾਂਦੀਆਂ ਸੀਗੀਆਂ, ਤਾਂ ਨਹੀਂ ਕਿਹਾ। ਹੁਣ ਬਾਦਲ ਮਾੜਾ ਹੋ ਗਿਆ। ਹੁਣ ਬਾਦਲ ਮਾੜਾ ਹੋ ਗਿਆ। ਇਹ ਕਿਰਤਕਣਾਂ ਦਾ ਟੋਲਾ ਜਿਹੜਾ ਸੰਯੁਕਤ ਅਕਾਲੀ ਦਲ ਆ, ਇਹ ਕਿਰਤਕਣ ਕੌਣ ਹੁੰਦੇ ਨੇ? ਜਿਹੜਾ ਕਿਸੇ ਦਾ ਕਰਿਆ ਭਲਾ ਦੇਵੇ। ਇੱਕ ਔਰਤ ਕੁੱਤੇ ਦਾ ਮਾਸ ਲੈ ਕੇ ਲੰਘਦੀ ਹੁੰਦੀ ਸੀ, ਰਸਤੇ ਦੇ ਵਿੱਚ ਸਿਆਣਾ ਬਜ਼ੁਰਗ ਬੈਠਾ ਹੁੰਦਾ ਸੀ, ਉਹ ਔਰਤ ਨੇ ਕੁੱਤੇ ਦਾ ਮਾਸ ਢਕਿਆ ਹੁੰਦਾ ਸੀ। ਉਹ ਕਹਿੰਦਾ ਭਾਈ ਇਹਨੂੰ ਕਿਹੜਾ ਕਿਸੇ ਦੀ ਨਜ਼ਰ ਲੱਗਣੀ ਆ, ਤੂੰ ਕੁੱਤੇ ਦਾ ਮਾਸ ਆ ਕਾਹਤੇ ਢਕੀ ਲੈ ਕੇ ਜਾਨੀ ਆ? ਉਹ ਕਹਿੰਦੀ ਜੇ ਇਹ ਕਿਰਤਕਣ ਦੀ ਨਿਗਾਹ ਪੈ ਗਿਆ ਨਾ, ਇਹਨੂੰ ਉਹਦੀ ਨਜ਼ਰ ਲੱਗ ਜੂ। ਕਿਰਤਕਣ ਹੁੰਦਾ ਜਿਹੜਾ ਕਿਸੇ ਦਾ ਕਰਿਆ ਭਲਾ ਦੇਵੇ। ਇਹ ਕਿਰਤਕਣ ਇਕੱਠੇ ਹੋਏ ਨੇ। ਅਸੀਂ ਤਾਂ ਬਾਦਲ ਨੂੰ ਮਾੜਾ ਕਹੀਏ, ਇਹਨਾਂ ਦਾ ਹੱਕ ਨਹੀਂ ਬਾਦਲ ਨੂੰ ਮਾੜਾ ਕਹਿਣ ਦਾ। ਗੱਲ ਇਹ ਚੀਜ਼ ਹੈ ਕਿ ਤੁਸੀਂ ਗੱਲ ਕੀਤੀ ਕਿ ਇਹ ਕਿਰਤਕਣ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਢੀਂਡਸਾ ਗਰੁੱਪ ਦਾ ਤੁਸੀਂ ਕਿੱਦਾਂ ਦਾ ਦੇਖ ਕੇ ਚੱਲ ਰਹੇ ਹੋ ਕਿ ਇਹ ਲੋਕਾਂ ਤੇ ਪ੍ਰਭਾਵ ਇਲੈਕਸ਼ਨ 'ਚ ਪਾ ਸਕਣਗੇ? ਸਵਾਲ ਹੀ ਨਹੀਂ ਪੈਦਾ ਹੁੰਦਾ। ਢੀਂਡਸੇ ਨਾਲ ਲੀਡਰ ਨੇ, ਵਰਕਰ ਕਦੇ ਨਹੀਂ ਪਾਰਟੀ ਛੱਡੂਗਾ, ਚਾਹੇ ਇਹ ਕੈਪਟਨ ਨਾਲ ਸਮਝੌਤਾ ਕਰ ਲਵੇ। ਆਪਣੇ ਵੱਡੇ ਬਾਦਲ ਸਾਹਿਬ, ਕੈਪਟਨ ਸਾਹਿਬ ਤੇ ਬੀਜੇਪੀ, ਇਹ ਇੱਕ ਨੇ ਤਿੰਨੇ। ਮੇਰੇ ਤੇ ਜਿੱਥੇ ਮਰਜ਼ੀ ਕਹਾ ਲਓ, ਤਿੰਨਾਂ ਦੀ ਇਹਨਾਂ ਦੀ ਗੱਲ ਇੱਕ ਆ। ਇਹ ਕਹਿੰਦੇ ਨੇ ਨਾ ਸਾਨੂੰ ਇਹ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਨੇ। ਅਮਰਿੰਦਰ ਸਿੰਘ ਆ ਨਾ ਜਿਹੜਾ, ਇਹ ਗੁਰੂ ਗ੍ਰੰਥ ਸਾਹਿਬ ਨੇ ਨਹੀਂ ਇਹਨੂੰ ਬਖਸ਼ਣਾ। ਜਿਹੜੀ ਝੂਠੀ ਸਹੁੰ ਖਾਧੀ, ਝੂਠੀ ਸਹੁੰ ਵੀ ਖਾਧੀ। ਉਹ ਹੁਣ ਤੁਸੀਂ ਗੱਲ ਸੁਣ ਲਓ, ਇੱਕ ਦੂਜੇ ਦੇ ਖਿਲਾਫ ਬੋਲੀ ਜਾਂਦੇ ਨੇ। ਹੁਣ ਢੀਂਡਸੇ ਨਾਲ ਗੱਠ ਜੋੜ ਹੁੰਦਾ। ਦੱਸ ਬੀਜੇਪੀ ਕੀ ਹਾਲ ਸਾਡਾ ਜੱਟਾਂ ਦਾ ਕਰਤਾ ਬੀਜੇਪੀ ਨੇ। ਮੇਰੀ ਆੜਤੀ ਦੁਕਾਨ ਬੀਜੇਪੀ ਮੈਂ 6 ਮਹੀਨੇ ਪਹਿਲਾਂ ਬੰਦ ਕਰਤੀ। ਆੜਤੀ ਇਹ ਕਹਿੰਦੇ ਤੂੰ ਚੰਗਾ ਰਹਿ ਗਿਆ ਤੇ ਬੰਦ ਕਰਤੀ, ਅਸੀਂ ਹੁਣ ਚੌਲਾਂ ਵਾਲੀ ਦੇਖ ਕੇ ਬੰਦ ਕਰ ਦਾਂਗੇ। ਠੀਕ ਹੈ ਨਹੀਂ ਗੱਲ? ਇਸ ਤੁਸੀਂ ਗੱਲ ਕੀਤੀ ਕਿ ਨਾ ਕਿਸਾਨ ਉਹਦੇ 'ਚੋਂ ਆ, ਮਗਰ ਇੱਕ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਕਿਸਾਨ ਜਿਹੜੇ ਇੱਕ ਧਰਨਾ ਲਗਾਈ ਬੈਠੇ ਆ, ਉਹਨਾਂ ਦੇ ਵਿੱਚ ਵੀ ਕਈ ਗਦਾਰ ਪੈਦਾ ਹੋ ਗਏ, ਜਿਸ ਨਾਲ ਇੱਕ ਉਹਨੂੰ ਢਾਲ ਲੱਗਦੀ ਜਾਂਦੀ ਹੈ। ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜਿਹੜੇ ਕਿਸਾਨ ਨੇ ਨਾ, ਇਹ ਬਾਬੇ ਨਾਨਕ ਦੀ ਫੌਜ ਆ। ਬਾਬੇ ਨਾਨਕ ਨੇ, ਮੈਨੂੰ ਕਿਸੇ ਬੰਦੇ ਨੇ ਗੱਲ ਸੁਣਾਈ, ਬਾਬੇ ਨਾਨਕ ਨੇ ਖੇਤੀ ਕੀਤੀ ਆ। ਕਿਸਾਨ ਖੇਤੀ ਕਰਦੇ ਨੇ। ਇਹਨਾਂ ਦਾ ਤੁਸੀਂ ਦੇਖ ਲਿਓ, ਇਹਨਾਂ ਦਾ ਬੁਰਾ ਹਾਲ ਹੁੰਦਾ ਦਿਖਾ ਦੂੰ। ਮੈਂ ਤਾਂ ਮਰ ਜਾਣਾ ਜਾਤੀ, ਮੈਂ ਹਾਰਟ ਦਾ ਮਰੀਜ਼ ਆ। ਲੋਕ ਦੇਖਣਗੇ ਵੀ ਜੋਰਾ ਸਿੰਘ ਨੇ ਆਹ ਗੱਲ ਕਹੀ ਸੀ। ਕਿਸਾਨ ਚੀਜ਼ ਪੈਦਾ ਕਰਦਾ। ਗਊ ਗਰੀਬ ਸਾਡੇ ਖੇਤ 'ਚੋਂ ਖਾਂਦੀ ਆ। ਕੋਈ ਗਰੀਬ ਦਲਿਤ ਵਰਗ ਨੇ, ਉਹ ਸਾਡੇ ਖੇਤ 'ਚੋਂ ਪੱਠੇ ਲੈ ਕੇ ਆਉਂਦੇ ਨੇ। ਇਹ ਕਿਸਾਨ ਦੇ ਬਾਦ ਪਏ ਨਾ, ਇਹ ਮਾਰੇ ਜਾਣਗੇ। ਬਾਬੇ ਨਾਨਕ ਦੀ ਫੌਜ ਆ ਇਹ। ਇਹਨਾਂ ਨੂੰ ਪਰਮਾਤਮਾ ਨੇ ਨਹੀਂ ਬਖਸ਼ਣਾ। ਇੱਕ ਇਹ ਚੀਜ਼ ਹੈ ਕਿ ਤੁਸੀਂ ਗੱਲ ਕੀਤੀ ਕਿ ਬਾਬੇ ਨਾਨਕ ਦੀ ਫੌਜ ਆ, ਮਗਰ ਕੁਛ ਕਿਸਾਨ ਯੂਨੀਅਨ ਵਧਾਈ ਆਪਸੀ ਆਪਸੀ ਕਾਟੋਕਲੇ ਚੱਲ ਰਿਹਾ, ਜਿਸ ਕਰਕੇ ਪਬਲਿਕ 'ਤੇ ਪ੍ਰਭਾਵ ਗਲਤ ਪੈ ਰਿਹਾ। ਦੇਖੋ ਉਹ ਗੱਲ ਇਉਂ ਆ ਜੀ, ਇਹ ਸਾਡੇ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਨੇ ਨਾ, ਇਹ ਅੱਜ ਨੂੰ ਕਦੇ ਕਰੋੜਾਂ ਰੁਪਈਆ ਲੈ ਕੇ ਘਰ ਨੂੰ ਆ ਜਾਂਦੇ। ਇਹ ਸਾਡੇ ਜਿਹੜੇ ਮੁੰਡੇ ਬੈਠੇ ਨੇ ਜੱਟਾਂ ਦੇ ਨਾ, ਇਹ ਉਹਨਾਂ ਤੇ ਡਰਦੇ ਨੇ ਵੀ ਸਾਡੀ ਦਾੜੀ ਪੱਟਣਗੇ। ਇਹ ਤਾਂ ਸੌਦਾ ਕਰਨ ਦੇ ਰੁਪਈਏ ਲੈ ਕੇ ਆ ਜਾਂਦੇ। ਆ ਲੱਖੋਵਾਲ ਆ ਸਾਡੇ ਕੋਲੇ, ਲੱਖੋਵਾਲ ਕੁਹਾੜੇ ਤੋਂ ਤੁਰ ਪਓ, ਸਮਰਾਲੇ ਨੂੰ ਤੁਰ ਪਓ, ਚੰਡੀਗੜ੍ਹ ਨੂੰ ਤੁਰ ਪਓ, ਅੱਧੀ ਪ੍ਰਾਪਰਟੀ ਲੱਖੋਵਾਲ ਦੀ ਆ। ਜਿੰਨੀਆਂ ਮੰਡੀਆਂ ਕੱਟ ਹੋਈਆਂ ਨੇ ਪੰਜਾਬ 'ਚ, ਚਾਹੇ ਮੁਕਤਸਰ ਕੱਟ ਹੋਈ, ਚਾਹੇ ਸਾਹਨੇਵਾਲ ਕੱਟ ਹੋਈ, ਚਾਹੇ ਕਿ ਰਿਕਾਰਡ ਫੋਲ ਲਓ ਵੀ ਲੱਖੋਵਾਲ ਦੀਆਂ ਕਈ ਦੁਕਾਨਾਂ ਨੇ। ਇਹ ਬਕਾਊ ਮਾਲ ਆ। ਇਹ ਵਿਕਦੇ ਤਾਂ ਨਹੀਂ, ਉਹ ਮੁੰਡੇ ਬੈਠੇ ਨੇ ਵੀ ਦਾੜੀ ਪੱਟਣਗੇ ਸਾਡੀ। ਇਹ ਹੁਣ ਤਾਂ ਕਦੇ ਕਰੋੜਾਂ ਲੈ ਕੇ ਘਰ ਨੂੰ ਆ ਜਾਂਦੇ। ਹੁਣ ਸਮਝੌਤਾ ਕਰਾਉਣ ਲੱਗਿਆ ਹੋਇਆ ਅਮਰਿੰਦਰ ਸਿੰਘ ਵੀ ਸੂਬੇ ਦੀਆਂ ਸਰਕਾਰਾਂ ਤੇ ਛੱਡੋ। ਜਿਹੜੀਆਂ ਹੁਣ ਬੀਜੇਪੀ ਦੀਆਂ ਸਰਕਾਰਾਂ ਨੇ, ਉਹ ਭਾਈ ਕਿਵੇਂ ਕਾਨੂੰਨ ਲਾਗੂ ਕਰਨਗੀਆਂ? ਸੂਬੇ ਦੀਆਂ ਸਰਕਾਰ ਤੇ ਫੈਸਲਾ ਹੋ ਜੂ। ਮੰਨ ਲਓ ਵੀ ਜਿਹੜੀ ਵਿਰੋਧੀ ਸਰਕਾਰ ਆ, ਉਹ ਤਾਂ ਕਹਿ ਦੂ ਏਕੜ ਫੈਸਲਾ ਕਰਨਾ, ਏਕੜ ਕਰਨਾ। ਜਿਹੜਾ ਖੱਟਰ ਆ, ਮਰੋਰ ਵਾਲਾ, ਉਹ ਜੋਗੀ ਆ, ਉਹ ਜੱਟ ਕਿੱਧਰ ਨੂੰ ਜਾਣਗੇ? ਤੁਸੀਂ ਗੱਲ ਕੀਤੀ ਕਿ ਨਾ ਹੁਣ ਕੈਪਟਨ ਅਮਰਿੰਦਰ ਇੱਕ ਸਮਝੌਤੇ ਦੇ ਕਰਾਨ ਦੇ ਵਿੱਚ ਹੈ, ਜਦੋਂ ਕਿ 4.5 ਸਾਲ ਉਹ ਪੰਜਾਬ ਦੇ ਸੀਐਮ ਰਹੇ ਆ, ਮਗਰ ਉਸ ਸਮੇਂ ਦੇ ਦੌਰਾਨ ਉਹਨਾਂ ਨੇ ਅੱਜ ਤੱਕ ਵੀ ਇਸ ਬਾਰੇ ਕੋਈ ਕਿਸਾਨਾਂ ਦੇ ਪੱਖੇ ਕੋਈ ਗੱਲ ਨਹੀਂ ਕੀਤੀ ਕਿ ਜਿੰਨੇ ਹੈਗੇ ਸੀ ਸਾਰੇ ਕਿਸਾਨ, ਸਾਰਿਆਂ ਨੂੰ ਉੱਥੇ ਸਾਰੇ ਸ਼ੰਭੂ ਜਾਂ ਸਿੰਘ ਬਾਰਡਰ 'ਤੇ ਭੇਜਤੇ। ਅਤੇ ਇਹ ਚੀਜ਼ ਸੀ ਕਿ ਜੇ ਉਸ ਬਾਰੇ ਇੱਕ ਨੋਟੀਫਿਕੇਸ਼ਨ ਪਾਸ ਕੀਤਾ ਹੁੰਦਾ ਤਾਂ ਇਹ ਕਿਸਾਨ ਉੱਥੇ ਨਾ ਜਾਂਦੇ। ਦੇਖੋ ਜੀ, ਬਾਦਲ ਸਾਹਿਬ, ਅਮਰਿੰਦਰ ਸਿੰਘ, ਕਾਨੂੰਨ ਪਾਸ ਕਰਾਉਣ ਵਾਲੇ ਵੀ ਇਹੀ ਨੇ। ਇਹ ਤਾਂ ਸਾਨੂੰ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ ਵੀ ਹੁਣ ਮੈਂ ਕੈਂਸਲ ਕਰਾ ਦੂੰ। ਪਾਸ ਕਰਾਉਣ ਵੀ ਤੁਹਾਡੇ ਦਸਤਖਤ ਨਹੀਂ, ਆਰਟੀਆਈ ਦੀਆਂ ਕਾਪੀਆਂ ਲੈ ਲਓ। ਪਾਸ ਕਰਾਉਣ ਵਾਲੇ ਵੀ ਤੁਸੀਂ ਹੋ
ਤੇ ਰੱਦ ਕਰਾਉਣ ਨਾਲ ਵੀ ਤੁਸੀਂ ਆ। ਅਮਰਿੰਦਰ ਸਿੰਘ ਆ ਜਿਹੜਾ ਉਹ ਸੀਐਮ ਦੇ ਲਾਇਕ ਆ ਬੰਦਾ। ਦੁੱਖ ਸਰਕਾਰ ਬਣਦੀ ਆ, ਲੋਕ ਕਦੇ ਸਰਕਟ ਕਿਸੇ ਸਰਕਟ ਉੱਚਾ ਕੇ ਬੈਠੇ ਆ ਉਹ, ਕਦੇ ਲੋਕਾਂ ਦਾ ਦੁੱਖ ਸੁੱਖ ਸੁਣਿਆ ਵੀ ਤੈਨੂੰ ਕੀ ਤਕਲੀਫ ਆ ਭਾਈ, ਤੈਨੂੰ ਕੀ ਤਕਲੀਫ ਆ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ, ਸਰਦਾਰ ਬੇਅੰਤ ਸਿੰਘ ਇੱਧਰ ਇੱਥੇ ਬੈਠਾ, ਇੱਧਰ ਡੀਸੀ ਬੈਠਾ, ਇੱਧਰ ਉਹ ਬੈਠਾ, ਉਹ ਬੰਦਾ ਪੰਜਾਬ ਤੇ ਰਾਜ ਕਰ ਗਿਆ। ਠੀਕ, ਮੈਂ ਉਹਦੇ ਨਾਲ ਲੋਕ ਲੜਦੇ ਦੇਖੇ ਨੇ। ਆ ਜਨੌਦ ਵਾਲਾ ਗੁਰਨਾਮ ਸਰਪੰਚ ਸੀ, ਸਰਦਾਰ ਬੇਅੰਤ ਸਿੰਘ ਨੇ ਵਿਰੋਧੀ ਪਾਰਟੀ ਦਾ ਕੋਈ ਕੰਮ ਕਰਤਾ, ਉਹਦੇ ਗਲ ਪੈ ਗਿਆ ਭਾਈ, ਤਾਂ ਐਂ ਕਰਤਾ, ਤਾਂ ਐਂ ਕਰਤਾ, ਤਾਂ ਐਂ ਕਰਤਾ। ਉਹ ਕਹਿੰਦਾ ਗੁਰਨਾਮ ਸਿੰਘ ਆਪਾਂ ਨੂੰ ਲੋੜ ਆ ਵੋਟਾਂ ਦੀ, ਉਹਨਾਂ ਦਾ ਜਾਇਜ਼ ਕੰਮ ਸੀ ਕਰਤਾ, ਮੈਂ ਤੇਰਾ ਤਾਂ ਨਹੀਂ ਕੋਈ ਨੁਕਸਾਨ ਕੀਤਾ। ਤੂੰ ਕਹਿੰਦਾ ਬੰਦਾ ਮਾਰ ਕੇ ਆ ਇੱਥੇ, ਫਿਰ ਮੈਂ ਤੇਰਾ ਨਾ ਕਰਾਂ ਤਾਂ ਦੱਸਦੀ। ਜੇ ਕੋਈ ਲੀਡਰ ਨੂੰ ਤੋੜਨਾ ਆਉਂਦਾ ਸੀ, ਵਰਕਰ ਨੂੰ ਤੋੜਨਾ ਆਉਂਦਾ ਸੀ, ਤਾਂ ਸਰਦਾਰ ਬੇਅੰਤ ਸਿੰਘ ਨੂੰ ਤੋੜਨਾ ਆਉਂਦਾ ਸੀ। ਜੇ ਇਹਨਾਂ ਵੱਲ ਕੋਈ ਝਿੜਕਿਆ ਝੰਬਿਆ ਆ ਗਿਆ ਕਿਸੇ ਦਾ, ਉਹ ਆ ਗਿਆ। ਬਿਲਾਸਪੁਰ ਵਾਲਾ ਭਾਗ ਸਿੰਘ ਆ, ਸਰਦਾਰ ਬੇਅੰਤ ਸਿੰਘ ਦਾ ਵਿਰੋਧੀ ਸੀ, ਉਹਦਾ ਬੇਟ 'ਚ ਭਾਣਜਾ ਸੀਗਾ ਜਦੋਂ ਸਰਦਾਰ ਬੇਅੰਤ ਸਿੰਘ ਮੁੱਖ ਮੰਤਰੀ ਬਣੇ 92 'ਚ। ਭਾਈ ਸੁਨੇਹਾ ਭੇਜਤਾ, ਭਾਗ ਸਿੰਘ ਸਰਦਾਰ ਬੇਅੰਤ ਸਿੰਘ ਦੇ ਉਲਟ ਸੀਗਾ, ਉੱਥੇ ਉਹਦੇ ਭਾਣਜੇ ਦੇ ਘਰੇ ਸੁਨੇਹਾ ਭੇਜਤਾ ਈਸ਼ਰ ਦੇ ਹੱਥੀਂ ਵੀ ਭਾਈ ਤੇਰੇ ਘਰੇ ਬੇਅੰਤ, ਉੱਥੇ ਦਾ ਸੀਪੀ ਆ ਗਿਆ, ਉੱਥੇ ਡੀਸੀ ਆ ਗਿਆ, ਉੱਥੇ ਸਾਰਾ ਪ੍ਰਸ਼ਾਸਨ ਆ ਗਿਆ। ਉਹ ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਤੇਰੇ ਘਰੇ ਬੇਅੰਤ ਸਿੰਘ ਨਹੀਂ ਆਉਣਾ। ਉਹ ਕਹਿੰਦਾ ਬੇਅੰਤ ਸਿੰਘ ਮੇਰੇ ਘਰੇ ਆਜੂ, ਉਹ ਤਾਂ ਸਾਡੇ ਮੇਰੇ ਮਾਮਿਆਂ ਦਾ ਜੱਦੀ ਪੁਸ਼ਤੀ ਵਿਰੋਧੀ ਆ। ਉਹ ਕਹਿੰਦੇ ਸਾਨੂੰ ਸੈੱਟ ਤੇ ਸੁਨੇਹਾ ਆਇਆ, ਚਲੋ ਭਾਈ ਘਰੇ ਆ, ਇਹਨੂੰ ਮੰਜਾ ਪੀੜ ਤਾਂ ਦੇਣਾ ਹੀ ਆ ਗਿਆ ਸਰਦਾਰ ਬੇਅੰਤ ਸਿੰਘ, ਬਹਿ ਗਏ ਜੀ, ਇਲਾਕੇ ਦੀਆਂ ਪੰਚਾਇਤਾਂ ਨੂੰ ਸੁਨੇਹਾ ਦੇਤਾ। ਹਾਂ ਜੀ ਕੀ ਹਾਲ ਆ ਭਾਣਜੇ? ਠੀਕ ਆ ਬਈ। ਹਾਂ ਵੀ ਆਹ ਤੇਰਾ ਕੀ ਕੰਮ ਆ? ਮੇਰਾ ਜੀ ਟੋਭਾ ਸਾਫ਼ ਕਰਨ ਵਾਲਾ, ਕਰੋ ਵੀ ਨੋਟ। ਤੇਰਾ? ਮੇਰੀ ਜੀ ਸੜਕ। ਸਾਡਾ ਜੀ ਸਾਡਾ ਸਕੂਲ ਜੀ। ਕਹਿੰਦਾ ਗੱਲ ਸੁਣ ਲਓ ਮੇਰੀ, ਇਹ ਆ ਮੇਰਾ ਭਾਣਜਾ, ਇਹਨੂੰ ਲੈ ਕੇ ਇੰਨੇ ਵਜੇ ਚੰਡੀਗੜ੍ਹ ਆ ਜਿਓ, ਉਦੋਂ ਬਾਅਦ ਮੈਂ ਤੁਹਾਡੇ ਕੰਮ ਕਰਕੇ ਫੇਰ ਜਾਣਾ ਸੈਕਟਰੀਏਟ ਨੂੰ। ਹੁਣ ਲੋਕ ਤਾਂ ਉਹਦੇ ਬਾਤ ਪੈ ਗਏ ਭਾਗ ਸਿੰਘ ਦੇ ਭਾਣਜੇ ਦੇ ਵੀ ਤੇਰੇ ਮੂੰਹ ਤੇ ਕਹਿ। ਉਹ ਕਹਿੰਦਾ ਯਾਰ ਮੇਰੇ ਕਿਸੇ ਤੇ ਕੰਮ ਨਹੀਂ ਕਰਨਾ। ਉਹ ਕਹਿੰਦੇ ਤੇਰੇ ਮੂੰਹ ਤੇ ਤਾਂ ਕਹਿ ਕੇ ਗਿਆ ਵੀ ਕੰਮ ਕਰਾਂਗੇ। ਚਲੇ ਗਏ ਜੀ। ਹਾਂਜੀ ਸੜਕ ਚੱਲ ਬਈ, ਟੋਭਾ ਚੱਲ ਬਈ, ਬਦਲੀ ਚੱਲ ਬਈ, ਫਲਾਨਾ ਕੁਛ ਚੱਲ ਬਈ ਸਾਰੇ। ਉਹ ਭਾਗ ਸਿੰਘ ਦਾ ਭਾਣਜਾ ਕਹਿੰਦਾ ਮਾਮਾ ਤੁਹਾਡੀ ਜੀ ਕਸੂਰ ਆ। ਕਹਿੰਦਾ ਉਹਦੇ 'ਚ ਕੀ ਕਸੂਰ ਆ? ਕਹਿੰਦਾ ਸਰਦਾਰ ਬੇਅੰਤ ਸਿੰਘ ਨੂੰ ਬੰਦੇ ਤੋੜਨੇ ਆਉਂਦੇ ਸੀ, ਐਡਾ ਮਤਲਬ ਉਹ ਢੰਗੀ ਇਨਸਾਨ ਸੀ। ਜਿੰਨੀ ਮਿਹਨਤ ਸਰਦਾਰ ਬੇਅੰਤ ਸਿੰਘ ਕਾਂਗਰਸ ਲਈ ਕਰ ਗਿਆ ਨਹੀਂ ਕੋਈ ਕਰ ਸਕਦਾ, ਜਿੰਨੀ ਮਿਹਨਤ ਅਕਾਲੀ ਦਲ ਲਈ ਬਾਦਲ ਸਾਹਿਬ ਤੇ ਟੌੜਾ ਸਾਹਿਬ ਕਰ ਗਏ ਨਹੀਂ ਕੋਈ ਕਰ ਸਕਦਾ। ਹੁਣ ਇਹ ਚੀਜ਼ ਹੈ, ਇੱਕ ਪੰਜਾਬ ਦੇ ਨਾਲ ਨਾਲ ਇੱਕ ਹੁਣ ਸੈਂਟਰ ਗੌਰਮੈਂਟ ਦੀ ਗੱਲ ਕਰ ਲੈਂਦੇ ਆ, ਜਿਸ ਦੇ ਵਿੱਚ ਰਾਹੁਲ ਗਾਂਧੀ ਕਿ ਜਿਸ ਦਿਨ ਦਾ ਉਹਨਾਂ ਨੂੰ ਆ ਕੇ ਉੱਥੇ ਕੀਤਾ, ਤਾਂ ਹਰੇਕ ਸੂਬੇ 'ਚੋਂ ਕਾਂਗਰਸ ਦਾ ਬਹੁਤ ਬੁਰਾ ਜਿਹਾ ਹਾਲ ਹੋ ਰਿਹਾ। ਤੁਸੀਂ ਇਸ ਪਿੱਛੇ ਕੀ ਸਮਝਦੇ ਹੋ ਕਿ ਇੱਕ ਰਾਹੁਲ ਇੱਕ ਬੱਚਾ ਹੋਣ ਕਰਕੇ ਕੀ ਸਾਰਾ ਸਿਸਟਮ ਚੱਲ ਰਿਹਾ? ਨਹੀਂ ਜੀ, ਬੱਚਾ ਹੋਣ ਕਰਕੇ ਸਿਸਟਮ ਨਹੀਂ ਚੱਲ ਰਿਹਾ। ਜਿਹੜਾ ਉਹ ਗਾਂਧੀ ਪਰਿਵਾਰ ਆ ਨਾ, ਮੈਂ ਤੁਹਾਨੂੰ ਇੱਕ ਰਾਜੀਵ ਗਾਂਧੀ ਵੇਲੇ ਦੀ ਗੱਲ ਸੁਣਾਉਣਾ। ਰਾਜੀਵ ਗਾਂਧੀ ਸਾਡੇ ਪ੍ਰਧਾਨ ਮੰਤਰੀ ਸੀ, ਸ਼ਾਇਦ ਹੰਸਪਾਲ ਉਦੋਂ ਰਾਜ ਸਭਾ ਦਾ ਮੈਂਬਰ ਸੀ। ਇਹਨਾਂ ਦਾ ਭੈਣੀ ਸਾਹਿਬ ਆਪਦਾ ਬੈਂਕ ਸੀਗਾ, ਕੁਛ ਉਹਦੇ 'ਚ ਸ਼ੇਅਰ ਸੀਗਾ ਗੌਰਮੈਂਟ ਦਾ, ਤਾਂ ਉਹ ਵਿੱਤ ਸਕੱਤਰ ਨੇ ਭੈਣੀ ਸਾਹਿਬ ਵਾਲਾ ਬੈਂਕ ਤੋੜ ਕੇ ਬੈਂਕ ਆਫ ਬੜੌਦਾ 'ਚ ਮਿਲਾਤਾ। ਹੰਸਪਾਲ ਨੂੰ ਪਤਾ ਲੱਗਿਆ, ਹੰਸਪਾਲ ਰਾਜੀਵ ਗਾਂਧੀ ਕੋਲੇ ਗਿਆ, ਕਹਿੰਦਾ ਜੀ ਸਾਡਾ ਬੈਂਕ ਤੋੜਦੀ ਆ, 5-7 ਕਰੋੜ ਦੀ ਲੋੜ ਆ ਤਾਂ ਲੈ ਲਓ ਐਸੇ। ਉਹ ਕਹਿੰਦਾ ਕੋਈ ਨਹੀਂ, ਹਮ ਵਿੱਤ ਬੁਲਾਓ ਵੀ ਵਿੱਤ ਸਕੱਤਰ। ਰਾਜੀਵ ਗਾਂਧੀ ਨੇ ਹੰਸਪਾਲ ਜਿਉਂਦਾ ਬੈਠਾ, ਪੁੱਛ ਲਿਓ ਉਹਨੂੰ। ਉਹ ਕਹਿੰਦਾ ਵਿੱਤ ਸਕੱਤਰ हंसपाल जी आए हैं भी, इनका कोई बहनी साहब का बैंक तोड़ दिया आपने, ऐसे नहीं करना। ਵਿੱਤ ਸਕੱਤਰ राजीव गांधी ਨੂੰ ਕਹਿੰਦਾ नहीं जी गरीबों का पैसा मारा जाएगा, ऐसे नहीं होगा। राजीव गांधी ने उस टाइम हंसपाल ਨੂੰ जवाब देता, ਕਹਿੰਦਾ गरीबों का पैसा मारा जाएगा। ये तो हंसपाल तोड़ दिया। ਉਹ ਇੱਕ ਗਰੀਬਾਂ ਦੇ ਰਖਵਾਲੇ ਨੇ। ਰਾਜੀਵ ਐਡਾ ਮਤਲਬ ਸਾਡੀ ਇਹ ਜਿਹੜੀ ਜਮਾਤ ਹੁਣ ਦਲਿਤ ਵਰਗ ਦਾ ਮੁੱਖ ਮੰਤਰੀ ਲਾਤਾ ਚੰਨੀ, ਉਹਨਾਂ ਨੇ ਕਿੱਡਾ। ਹੁਣ ਚੰਨੀ ਨੂੰ ਸੋਚਣਾ ਚਾਹੀਦਾ। ਚੰਨੀ ਨੂੰ ਮੈਂ ਇੱਕ ਸੁਨੇਹਾ ਦਿੰਦਾ, ਇੱਕ ਤਾਂ ਰਾੜਾ ਸਾਹਿਬ ਵਾਲੇ ਪੁਲ ਦੀ ਗੱਲ ਆਪਾਂ ਕੀਤੀ ਆ, ਰਾੜਾ ਸਾਹਿਬ ਰੱਬੀ ਰੂਪ ਧਰਤੀ ਆ। ਉੱਥੇ ਵੱਡੇ ਮਹਾਰਾਜ ਜਿਹੜੇ ਸੰਤ ਈਸ਼ਰ ਸਿੰਘ ਸੀ, ਉਹਨਾਂ ਦਾ ਜਨਮ ਸਥਾਨ ਆਲੋਵਾਲ ਦਾ, ਪਟਿਆਲਾ ਜ਼ਿਲ੍ਹੇ 'ਚ। ਮੈਨੂੰ ਨਹੀਂ ਪਤਾ ਉੱਥੇ MLA ਕੌਣ ਆ। ਇੱਥੇ ਲੱਖਾ ਜੀ ਗੁਰਕੀਰਤ ਜੀ ਨੁਮਾਇੰਦਗੀ ਕਰਦੇ ਨੇ ਬਈ। ਹੁਣ ਉਹਨਾਂ ਦੀ ਪਿੱਛੇ ਬਰਸੀ ਸੀਗੀ, ਹਜ਼ਾਰਾਂ ਦੇ ਹਿਸਾਬ ਨਾਲ ਉੱਥੇ ਵਾਹਨ ਆਉਂਦੇ ਨੇ, ਲੱਖਾਂ ਦੇ ਹਿਸਾਬ ਨਾਲ ਸ਼ਰਧਾਲੂ ਆਉਂਦੇ ਨੇ। ਉੱਥੇ ਜਾਮ ਲੱਗ ਜਾਂਦਾ ਪੁਲ ਦਾ। ਕਿਸੇ CM ਦੇ ਉਹ ਧਿਆਨ 'ਚ ਨਹੀਂ ਆਈ ਗੱਲ, ਨਾ ਸੇਵਕਾਂ ਨੇ ਧਿਆਨ 'ਚ ਲਿਆਉਣ ਦੀ ਗੱਲ ਕੀਤੀ।
ਇੱਕ ਤਾਂ ਮੇਰੀ ਸਭ ਤੋਂ ਪਹਿਲਾਂ ਬੇਨਤੀ ਆ ਲੱਖਾ ਜੀ ਨੂੰ ਤੇ ਗੁਰਕੀਰਤ ਜੀ ਨੂੰ, ਇੱਕ ਜਿਹੜੇ ਆਲੂਵਾਲ ਸਾਹਿਬ ਸੰਤਾਂ ਦਾ ਜਨਮ ਸਥਾਨ ਆ ਉਹਨਾਂ ਨੂੰ ਬੇਨਤੀ ਆ ਵੀ ਰਾੜਾ ਸਾਹਿਬ ਦਾ ਜਿਹੜਾ ਪੁਲ ਆ ਇਹ ਐਮਰਜੈਂਸੀ ਚੋਣ ਜ਼ਾਬਤੇ ਤੋਂ ਲੱਗਣ ਤੋਂ ਪਹਿਲਾਂ ਇਹ ਚੌੜਾ ਹੋਣਾ ਚਾਹੀਦਾ। ਅਮਰੀਕਾ, ਕੈਨੇਡਾ, ਇੰਗਲੈਂਡ, ਫਰਾਂਸ ਤੋਂ ਦੁਨੀਆ ਇੰਨੀ, ਲੁਧਿਆਣੇ ਤੋਂ ਹਿੰਦੂ ਲੋਕ ਇੰਨਾ ਆਉਂਦਾ। ਇੱਕ ਤਾਂ ਮੇਰੀ ਇਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਉਹ ਪੁਲ ਆ ਉੱਥੇ ਥੋੜ੍ਹੇ ਜਿਹੇ ਪੈਸਿਆਂ ਦੀ ਖੇਲ ਆ, ਕੋਈ ਬਾਹਲੀ ਲੰਮੀ ਚੌੜੀ ਖੇਲ ਨਹੀਂ ਹੈਗੀ। ਇੱਕ ਤਾਂ ਇਹ ਪੁਲ ਲਾ ਦੇਣਾ। ਇੱਕ ਜਿਹੜੀ ਗਰੀਬਾਂ ਵਾਲੀ ਗੱਲ ਆ, ਸਾਡੇ ਆੜ੍ਹਤੀਆਂ ਦੇ ਪ੍ਰਧਾਨ ਨੇ ਵਿਜੇ ਕਾਲੜਾ, ਜਿਹੜੇ ਇਸ ਵਕਤ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਵੀ ਨੇ, ਉਹਨਾਂ ਦੇ ਭਤੀਜੇ ਦਾ ਐਕਸੀਡੈਂਟ ਹੋ ਗਿਆ, ਡੀਐਮਸੀ ਦਾਖਲ ਸੀ। ਸਾਨੂੰ ਆੜ੍ਹਤੀਆਂ ਨੂੰ ਪਤਾ ਲੱਗ ਗਿਆ, ਅਸੀਂ ਖਬਰ ਨੂੰ ਚਲੇ ਗਏ, ਵਿਨੋਦ ਬਾਬੂ ਨੂੰ ਫੋਨ ਆ ਗਿਆ। ਉਹ ਜਦੋਂ ਅਸੀਂ ਖਬਰ ਨੂੰ ਗਏ, ਮੈਂ ਕਿਹਾ ਬਾਬੂ ਵਿਨੋਦ ਵੀ ਕਿੰਨੇ ਨੰਬਰ ਵਾਰਡ 'ਚ ਹੈਗਾ, ਕਿੰਨੇ ਨੰਬਰ ਕਮਰਾ? ਕਹਿੰਦਾ ਮੈਨੂੰ ਤਾਂ ਇਹ ਪਤਾ ਨਹੀਂ ਹੈਗਾ। ਮੈਂ ਕਿਹਾ ਫਿਰ ਹੁਣ ਆਪਣੇ ਕੋਲ ਤਾਂ ਐਡਰੈਸ ਵੀ ਹੈ ਨਹੀਂ, ਨਾ ਮੁੰਡੇ ਦਾ ਪਤਾ, ਨਾ ਮੁੰਡੇ ਦੇ ਪਿਓ ਦਾ ਨਾਂ ਪਤਾ, ਵੀ ਨਹੀਂ ਤਾਂ ਪੁੱਛ ਕੇ ਸਾਲੀ ਖਿੜਕੀ ਤੋਂ ਪੁੱਛ ਲੈਂਦੇ ਆਪਾਂ। ਉਹ ਕਹਿੰਦਾ ਮੈਨੂੰ ਤਾਂ, ਮੈਂ ਕਿਹਾ ਚੰਗਾ ਮੈਂ ਕਰਦਾ ਟਰਾਈ, ਕਿ ਮੈਂ ਬਰਗਾੜੀ ਵਿਆਹ ਹੋਇਆ ਕਰਕੇ ਮੇਰੀਆਂ ਫਿਰੋਜ਼ਪੁਰ ਮੁਕਤਸਰ ਰਿਸ਼ਤੇਦਾਰੀਆਂ ਨੇ। ਉਹਨਾਂ ਲੋਕਾਂ ਦੀ ਇੱਕ ਨਿਸ਼ਾਨੀ ਆ, ਉਹ ਆਪਣੇ ਨਾਲੋਂ ਜਵਾਨ ਨੇ, ਲੰਮੇ ਲੰਜੇ ਤਕੜੇ ਨੇ। ਉਹ ਜਿਵੇਂ ਮੂਵੀ ਵਾਲਾ ਵਿਆਹ ਨੂੰ ਮੂਵੀ ਬਣਾਉਂਦਾ ਹੁੰਦਾ, ਮੈਂ ਬਰਾਂਡੇ 'ਚ ਨਿਗਾਹ ਮਾਰੀ ਗਿਆ, ਉਹ ਮੇਰੀ ਨਿਗਾਹ ਪੈ ਗਈ। ਮੈਂ ਕਿਹਾ ਵੀ ਉਹ ਬੰਦੇ ਹੋ ਸਕਦੇ ਨੇ। ਮੈਂ ਗਿਆ, ਸਤਿ ਸ੍ਰੀ ਅਕਾਲ ਬੁਲਾਈ, ਮੈਂ ਕਿਹਾ ਜੀ ਐਂ ਤੇ ਐਂ ਕਰਕੇ ਵੀ ਵਿਜੇ ਕਾਲੜਾ ਜੀ ਫਿਰੋਜ਼ਪੁਰ ਤੋਂ। ਉਹ ਕਹਿੰਦਾ ਜੀ ਮੇਰਾ ਹੀ ਭਾਈ ਆ ਵਿਜੇ ਕਾਲੜਾ, ਮੇਰਾ ਹੀ ਮੁੰਡਾ ਜਿਹਦਾ ਐਕਸੀਡੈਂਟ ਹੋਇਆ। ਚਲੋ ਬੈਠੇ, ਚਾਹ ਪਾਣੀ ਪੀਤਾ। ਜਦੋਂ ਅਸੀਂ ਤੁਰਨ ਲੱਗੇ, ਮੈਂ ਕਿਹਾ ਵੀ ਗੱਲ ਸੁਣੋ, ਮੈਂ 98559 23371 ਮੇਰਾ ਨੰਬਰ ਆ ਫੋਨ ਦਾ। ਵੀ ਕਈ ਵਾਰੀ ਹੁਣ ਤੁਸੀਂ ਤਾਂ ਫਿਰੋਜ਼ਪੁਰ ਤੋਂ ਆਏ ਹੋ, ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਤੁਸੀਂ ਮੈਨੂੰ ਦੱਸ ਦਿਓ, ਮੈਂ ਤੁਹਾਡੀ ਉਹ ਪੂਰੀ ਕਰ ਸਕਦਾ ਹੂੰ ਤਾਂ ਵੀ ਠੀਕ ਆ, ਨਹੀਂ ਕਰ ਸਕਦਾ ਹੂੰ ਤਾਂ ਵੀ ਠੀਕ ਆ। ਮੈਨੂੰ ਦੂਏ ਦਿਨ ਵਿਜੇ ਕਾਲੜੇ ਦਾ ਫੋਨ ਆ ਗਿਆ, ਕਹਿੰਦਾ ਜੋਰਾ ਸਿੰਘ ਬੋਲਦੇ ਹੋ? ਮੈਂ ਹਾਂਜੀ। ਕਹਿੰਦਾ ਜੋਰਾ ਸਿੰਘ ਕੰਮ ਹੈ ਇੱਕ। ਮੈਂ ਦੱਸੋ ਜੀ। ਕਹਿੰਦਾ 6 ਬੋਤਲਾਂ ਖੂਨ ਦੀਆਂ ਚਾਹੀਦੀਆਂ ਨੇ। ਮੈਂ ਆਪਦੇ ਲੜਕਿਆਂ ਨੂੰ ਕਿਹਾ, ਮੈਂ ਕਿਹਾ ਭਾਈ 2 ਤੁਸੀਂ ਹੈਗੇ, ਵੀ 4 ਮੁੰਡੇ ਹੋਰ ਤਿਆਰ ਕਰੋ, ਵੀ ਜੇ ਉਹ ਮੁੰਡੇ ਦੀ ਜਾਨ ਬਚ ਜਾਵੇ। ਇਹ 6 ਬੋਤਲਾਂ ਜਾ ਕੇ ਖੂਨ ਦੀਆਂ ਦੇ ਆਏ, ਮੁੰਡੇ ਦੀ ਜਾਨ ਫੇਰ ਨਹੀਂ ਬਚੀ। ਹੁਣ ਕੋਈ ਗਰੀਬ ਦੀ ਧੀ ਨੂੰ ਆ, ਦਲਿਤ ਵਰਗ ਆ, ਚੰਨੀ ਇਸ ਵਰਗ ਦਾ ਮੁੱਖ ਮੰਤਰੀ ਆ, ਕਿਸੇ ਦੀ ਧੀ ਨੂੰ ਉਹਦੇ ਬੱਚਾ ਪੈਦਾ ਹੁੰਦਾ, ਡਾਕਟਰ ਕਹਿੰਦਾ 2 ਬੋਤਲਾਂ ਖੂਨ ਦੀਆਂ ਲਿਆਓ। ਉਹਦੇ ਕੋਲੇ ਤਾਂ ਮਜ਼ਦੂਰ ਕੋਲੇ 200 ਆ ਜੇਬ 'ਚ, ਨਾ ਉਹਦੇ ਕੋਲੇ ਕੋਈ ਜੋਰਾ ਸਿੰਘ ਆ ਵੀ ਜਿਹਨੂੰ ਉਹ ਕਹਿ ਦੂ ਵੀ ਖੂਨ ਦੀਆਂ 2 ਬੋਤਲਾਂ ਭੇਜ ਦੇ। ਪਹਿਲ ਦੇ ਆਧਾਰ ਤੇ 117 ਹਲਕੇ ਨੇ, ਜੰਗੀ ਪੱਧਰ ਤੇ ਇਹਨਾਂ ਨੂੰ ਖੂਨਦਾਨ ਕੈਂਪ ਲਾਉਣਾ ਚਾਹੀਦਾ। ਸਰਕਾਰੀ ਹਸਪੀਟਲਾਂ ਨੂੰ ਇਹ ਹਦਾਇਤ ਹੋਵੇ ਵੀ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ, ਖੂਨ ਦਾ ਪੈਸਾ ਨਹੀਂ ਕਿਸੇ ਤੋਂ ਲੈਣਾ। ਸਾਡੇ ਜੱਟਾਂ ਦੇ ਮੁੰਡੇ ਨੇ, ਮੇਰੇ ਮੁੰਡੇ 'ਚੋਂ ਅਮਨ 'ਚੋਂ ਚਾਹੇ 2 ਬੋਤਲਾਂ ਕੱਢ ਲਓ। ਮੈਂ 4 ਵਾਰ ਖੂਨਦਾਨ ਕਰ ਸਕਦਾ, ਮੈਂ 4 ਵਾਰ ਦਿੱਤਾ ਖੂਨ। ਮੇਰਾ ਖੂਨ ਉਹਨੇ ਦਾ ਪੂਰਾ, ਹੁਣ ਹਾਰਟ ਦੇ ਮਰੀਜ਼ ਹੁਣ ਨਹੀਂ ਦੇਣ ਜੋਗੇ ਹੈਗੇ। ਜੰਗੀ ਪੱਧਰ ਤੇ ਬਹੁਤ ਜੋਸ਼ ਖਰੋ ਨੇ, ਇਹਨਾਂ ਨੂੰ ਖੂਨਦਾਨ ਕੈਂਪ ਲਾਉਣੇ ਚਾਹੀਦੇ ਨੇ। ਹੁਣ ਸਾਡਾ ਗਿੱਲ ਹਲਕਾ, ਇਹ ਵੱਡਾ ਹਲਕਾ ਆ, ਮੇਰਾ ਪੈਲ ਪਿੰਡ ਪੈਂਦਾ, ਤੁਹਾਨੂੰ ਪਤਾ ਹੀ ਆ ਹਲਕਾ, ਉਹ ਦਰਿਆ ਟੱਪ ਜਾਂਦਾ। ਇਹ ਚਾਹੇ 2 3 4 ਥਾਂ ਤੇ ਲਾ ਲੈਣ ਖੂਨਦਾਨ ਕੈਂਪ ਗਰੀਬਾਂ ਦੇ ਭਲੇ ਲਈ। ਹੁਣ ਦਿੱਲੀ ਵਾਲੇ ਆਉਂਦੇ ਨੇ, ਉਹ ਭੈਣ ਚੋਂ ਦੇ ਸੀਖ ਸਿੱਟ ਜਾਂਦੇ ਨੇ, ਅੱਗ ਲਾ ਜਾਂਦੇ ਨੇ। ਸਾਡਾ ਇਲਾਜ ਫਰੀ ਆ ਜੀ। ਹੁਣ ਆ ਸਟੰਟ ਆ, ਮੇਰੇ ਸਟੰਟ ਪਿਆ ਹੋਇਆ, ਮੇਰੇ ਤੋਂ 3 ਲੱਖ ਲੈ ਲਿਆ ਹਸਪੀਟਲ ਵਾਲੇ। ਮੇਰੇ ਕੋਲ ਤਾਂ ਸੀਗੇ, ਜਵਾਕਾਂ ਨੇ ਪੈਸੇ ਦਿੱਤੇ। ਜੇ ਇੱਕ ਮਜ਼ਦੂਰ ਦੇ ਸਟੰਟ ਪੈਣਾ ਹੋਵੇ ਉਹ ਕਿੱਥੋਂ ਆਵੇ? ਇਹਨਾਂ ਨੂੰ ਡੋਨੇਸ਼ਨ ਇਕੱਠੀ ਕਰਨੀ ਚਾਹੀਦੀ ਆ। ਸਰਦਾਰ ਬੇਅੰਤ ਸਿੰਘ ਵੇਲੇ ਡੋਨੇਸ਼ਨ ਇਕੱਠੀ ਹੋਈ ਸੀ, ਹੜ੍ਹ ਪੀੜਤ ਰਾਹਤ ਫੰਡ ਆ ਗਿਆ ਸੀ। ਹੁਣ ਕੋਈ ਕਹਿੰਦਾ ਮੈਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਾਤਾ, ਕੋਈ ਮਾਰਕੀਟ ਕਮੇਟੀ ਦੇ ਕਿੰਨੇ ਚੇਅਰਮੈਨ, ਕਿੰਨਾ ਮਾਣ ਬਖਸ਼ਿਆ। ਉਹ ਮਤਲਬ 13,727 ਪੰਚਾਇਤਾਂ ਨੇ। ਕੋਈ ਬੰਦਾ ਹੈ ਕਿਸੇ ਪਿੰਡ ਦਾ ਵੀ ਜਿਹੜਾ ਐਮਐਲਏ ਨੂੰ ਜਾ ਕੇ ਕਹਿੰਦਾ ਐਸਐਚਓ ਨੂੰ ਹੋਰ ਸਰਕਾਰ ਤੇ ਕੰਮ ਨਹੀਂ ਲੈਂਦੇ ਅਸੀਂ? ਜਾਂ ਤਾਂ ਹੋਵੇ ਮੈਂ ਕਹਾਂ ਵੀ ਮੈਂ ਕਿਹੜਾ ਸਰਕਾਰ ਤੇ ਕੰਮ ਲੈਣਾ। ਹੁਣ ਭੱਠਾ ਲਾ ਲਓ, ਬਾਬੂ ਹੇਮਰਾਜ ਤੇ ਲੈ ਆਓ। ਇੱਕ ਭੱਠਾ 1 ਸਾਲ 'ਚ 1 ਕਰੋੜ ਇੱਟ ਬਣਾਉਣ ਦਾ। ਜੇ 1 ਰੁਪਈਆ ਇੱਟ ਮਗਰ ਬਚੇ ਤਾਂ ਕਰੋੜ ਬਚ ਗਿਆ। ਜੇ 50 ਪੈਸੇ ਇੱਟ ਮਗਰ ਬਚਣ, 50 ਪੈਸੇ ਬਚ ਗਏ। ਇਹ ਸਰਕਾਰ ਤੇ ਕੰਮ ਨਹੀਂ ਲੈਂਦੇ। ਕੀ ਗੱਲਾਂ 'ਚੋਂ ਗੱਲ ਆ। ਜੇ ਮੈਂ ਕਹਿੰਦਾ ਜੇ 1 ਲੱਖ ਦਾ 24,000 ਵਿਆਜ ਆਉਂਦਾ, ਜੇ ਸਰਕਾਰ ਕਹੇ 24,000 ਦੇਵੋ, ਮੈਂ 48,000 ਦਊਂਗਾ। ਗਰੀਬਾਂ ਦਾ ਭਲਾ ਵੀ ਸੋਚੋ। ਰਾਜੀਵ ਗਾਂਧੀ ਦੀ ਸੋਚ ਦੇਖੋ, ਗਰੀਬਾਂ ਦਾ ਭਲਾ ਸੋਚੋ। ਇਹਨਾਂ ਨੂੰ ਇੱਕ ਰਾਣਾ ਸਾਹਿਬ ਵਾਲਾ ਪੁਲ, ਇੱਕ ਖੂਨਦਾਨ ਕੈਂਪ, ਇੱਕ ਡੋਨੇਸ਼ਨ, ਇਹ ਜ਼ਰੂਰੀ ਕਰਨੀ ਚਾਹੀਦੀ, ਬਿਲਕੁਲ ਇਕੱਠੀ ਕਰਨੀ ਚਾਹੀਦੀ ਆ। ਹੁਣ 10 ਵੀ ਕਈ ਕਾਂਗਰਸੀ ਵਰਕਰ ਇਹੋ ਜਿਹੇ ਨੇ, ਸਾਰੀ ਉਮਰ ਉਹ ਕਾਂਗਰਸ ਨੂੰ ਵੋਟ, ਉਹਨਾਂ ਦੇ ਮਰਗ ਦੇ ਭੋਗ ਤੇ ਭੋਗ ਪਾਉਣ ਨੂੰ ਪੈਸੇ ਨਹੀਂ ਹੁੰਦੇ, ਉੱਥੇ 10-20,000 ਦੇ ਆਵੋ। ਇੱਥੇ ਖਾਨਪੁਰੀ 2 ਮੌਤਾਂ ਹੋ ਗਈਆਂ, 20ਵੀਂ ਸਭ ਨੁਮਾਇੰਦਗੀ ਕਰਦੇ ਸਾਡੇ। ਉਹ ਮੇਰੇ ਭਰਾ ਨੂੰ ਕਹਿੰਦੇ ਵੀ 2500 ਰੁਪਈਆ ਦੇ ਸੁਖਦੇਵ ਸਿੰਘ ਨੂੰ, ਕਹਿੰਦੇ ਵੀ ਇਹਨਾਂ ਦੋਨਾਂ ਪਰਿਵਾਰਾਂ ਨੂੰ। ਉਹਨੇ 2500 ਰੁਪਈਆ ਦੇਤਾ। ਕੌਣ ਮੋੜ ਦੂ ਐਮਐਲਏ ਦੀ? ਐਮਐਲਏ ਤੇ ਕੰਮ ਨਹੀਂ ਲੈਂਦੇ।
ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 10 ਵਜੇ ਤੱਕ ਐਮਐਲਏ ਪਾਪ ਕਰਨੇ ਸ਼ੁਰੂ ਕਰ ਦਿੰਦੇ ਨੇ। ਪਾਪ ਕੰਮ ਕਰਨੇ ਨਹੀਂ, ਮੈਂ ਕਹਿੰਦਾ ਪਾਪ ਕਰਨੇ। ਮੈਂ ਤੁਹਾਡਾ 2 ਲੱਖ ਰੁਪਈਆ ਦੇਣਾ, ਮੈਂ ਤੁਹਾਨੂੰ ਜਵਾਬ ਦੇਤਾ, ਤੁਸੀਂ ਮੇਰੇ ਤੇ ਥਾਣੇ ਦਰਖਾਸਤ ਦਿੱਤੀ, ਥਾਣੇ ਵਾਲਿਆਂ ਦਾ ਮੈਨੂੰ ਫੋਨ ਆ ਗਿਆ ਤਾਂ ਜੋਰਾ ਸਿੰਘ ਆ ਤੇਰੇ ਖਿਲਾਫ ਫਲਾਣੇ ਬੰਦੇ ਨੇ ਦਰਖਾਸਤ ਦਿੱਤੀ ਹੈ ਤਾਂ 2 ਲੱਖ ਦੇਣਾ। ਮੈਂ ਆਪਦੇ ਕਿਸੇ ਕਾਂਗਰਸੀ ਲੀਡਰ ਕੋਲ ਚਲੇ ਗਿਆ, ਉਹ ਥਾਣੇ ਵਾਲਿਆਂ ਨੂੰ ਕਹਿੰਦੇ ਜੋਰਾ ਸਿੰਘ ਨੂੰ ਨਹੀਂ ਬੁਲਾਉਣਾ, ਜੋਰਾ ਸਿੰਘ ਸਾਡਾ ਖਾਸ ਬੰਦਾ। ਪਾਪਾਂ ਦੇ ਭਾਗੀ ਤਾਂ ਉਹ ਬਣ ਗਏ। ਪੰਥ 'ਚ ਜਦੋਂ ਤੁਸੀਂ ਗੱਲਬਾਤ ਤੁਸੀਂ ਦੱਸਿਆ ਕਿ ਐਮਐਲਏ ਵੱਲੋਂ ਤੁਹਾਡੀ ਕਿਉਂ ਨਹੀਂ ਗੱਲ ਸੁਣੀ ਜਾਂਦੀ? ਇੱਕ ਉਹ ਤਾਂ ਹਲਕੇ ਦੇ ਨੁਮਾਇੰਦੇ ਆ। ਉਹ ਦੇਖੋ ਜੀ, ਗੱਲ ਇਹ ਆ, ਐਮਐਲਏ ਨੂੰ ਲੋੜ ਆ ਵੋਟਾਂ ਦੀ, ਉਹਨੂੰ ਜੱਸਲ ਵਾਲੀਆਂ ਵੋਟਾਂ ਦੀ ਵੀ ਲੋੜ ਆ। ਤੇਜਿੰਦਰ ਸਿੰਘ ਲਾਡੀ ਸਰਪੰਚ ਆ ਉੱਥੇ, ਉਹ ਮੇਰੇ ਨਾਲੋਂ ਕਾਂਗਰਸ ਦੇ ਵਿੱਚ ਹਾਵੀ ਆ, ਉਹ ਪੈਸੇ ਵਾਲਾ ਵੀ ਆ, ਉਹ ਜਾਇਦਾਦ ਵਾਲਾ ਵੀ ਆ, ਮੈਂ ਗਰੀਬ ਆਦਮੀ ਆ। ਉਹਨੂੰ ਉਹਦੀ ਵੀ ਲੋੜ ਆ, ਉਹ ਉਹਦੇ ਖਿਲਾਫ ਨਹੀਂ ਜਾ ਸਕਦਾ, ਉਹਦੀ ਵੀ ਮਜਬੂਰੀ ਬਣੀ ਹੋਈ ਆ। ਉਹ ਜੇ ਉਹਦੇ ਖਿਲਾਫ ਜਾਂਦਾ ਤਾਂ ਉਹ ਰੁੱਸਦਾ, ਜੇ ਮੇਰੇ ਖਿਲਾਫ ਜਾਂਦਾ ਮੈਂ ਤਾਂ ਚੱਲ ਰੁੱਸਿਆ ਹੋਇਆ ਹੈਗਾ ਹੀ ਹੈਗਾ। ਉਹਦੀ ਮਜਬੂਰੀ ਬਣੀ ਹੋਈ ਆ, ਹੋਰ ਉਹਦਾ ਕੋਈ ਇਹ ਨਹੀਂ ਵੀ ਮੈਂ ਮਤਲਬ ਉਹ ਕੋਈ ਮੇਰਾ ਨੁਕਸਾਨ ਕਰਕੇ ਰਾਜੀ ਆ। ਉਹਨੂੰ ਲੋੜ ਆ ਵੋਟਾਂ ਦੀ। ਹੁਣ ਉੱਥੋਂ ਜੱਸੜਾਂ ਦੇ ਵਿੱਚੋਂ ਲੀਡ ਕੀਤੀ ਆ ਉਹਨੇ ਕਾਂਗਰਸ ਦੀ, ਉਹਨੂੰ ਉਹਦੀ ਵੀ ਲੋੜ ਆ, ਉਹਦੀ ਵੀ ਮਜਬੂਰੀ ਬਣੀ ਹੋਈ ਆ। ਮੈਂ ਉਹਨੂੰ ਤਾਂ ਨਹੀਂ ਕੁਛ ਕਹਿੰਦਾ ਵੀ ਅਗਲਾ ਕਹੂ ਜੋਰਾ ਸਿੰਘ ਤੂੰ ਵੀ ਕਾਂਗਰਸੀ ਆ, ਉਹ ਵੀ ਕਾਂਗਰਸੀ ਆ। ਮੈਂ ਕਾਨੂੰਨ ਮੁਤਾਬਕ ਆਪਦਾ ਕੰਮ ਕਰੂੰਗਾ, ਮੈਨੂੰ ਕੀ ਲੋੜ ਆ, ਮੈਂ ਉਹ ਤੇ ਕਾਹਨੂੰ ਮੈਂ ਬੁਰਾ ਪਾਵਾਂ ਉਹਨੂੰ। ਠੀਕ ਹੈ ਨਹੀਂ ਗੱਲ? ਇਹ ਸੀ ਸਰਦਾਰ ਜੋਰਾ ਸਿੰਘ, ਜੋ ਕਿ ਇੱਕ ਪੁਰਾਣੇ ਟਕਸਾਲੀ ਹੋਣ ਕਾਰਨ ਇਹਨਾਂ ਦੀ ਕਿ ਪਾਰਟੀ ਪ੍ਰਤੀ ਕਈ ਰੋਸੇ ਆ ਕਿ ਪਾਰਟੀ ਨੂੰ ਵੀ ਚਾਹੀਦਾ ਕਿ ਜੋ ਪੁਰਾਣੇ ਨੁਮਾਇੰਦੇ ਆ ਉਹਨਾਂ ਨਾਲ ਬੈਠ ਕੇ ਕੋਈ ਨਾ ਕੋਈ ਮੀਟਿੰਗ ਕਰ ਲੈਣੀ ਚਾਹੀਦੀ ਆ। ਕੈਮਰਾਮੈਨ ਆਕਾਸ਼ਦੀਪ ਦੇ ਨਾਲ ਅਮਰਜੀਤ ਸੰਧੂ ਦੀ ਰਿਪੋਰਟ।